ਹਾਂਜੀ ਬੱਚਿਓ, ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ CBSE ਦਾ ਦੂਸਰੀ ਬੁੱਕ ਦਾ ਤੀਸਰਾ ਚੈਪਟਰ। ਇਸ ਚੈਪਟਰ ਦੀ ਆਪਾਂ ਇੱਕ ਵੀਡੀਓ ਆਲਰੇਡੀ ਬਣਾ ਚੁੱਕੇ ਹਾਂ। ਅੱਜ ਆਪਾਂ ਇਹਦਾ ਸੈਕੰਡ ਪਾਰਟ ਲੈ ਕੇ ਆਏ ਹਾਂ। ਇਸ ਚੈਪਟਰ ਦਾ ਨਾਮ ਹੈਗਾ ਪੋਲੀਟਿਕਸ ਆਫ ਪਲੈਨਡ ਡਿਵੈਲਪਮੈਂਟ। ਜਿਵੇਂ ਕਿ ਪਿੱਛੇ ਜੇ ਆਪਾਂ ਪੜ੍ਹਿਆ ਸੀਗਾ, ਪਲੈਨਿੰਗ ਕਮਿਸ਼ਨ ਕੀ ਸੀਗਾ, ਲੈਫਟ ਪਾਰਟੀਜ਼ ਜਾਂ ਰਾਈਟ ਪਾਰਟੀਜ਼ ਕੀ ਸੀਗੀਆਂ। ਇਸ ਤੋਂ ਇਲਾਵਾ ਉਹਦੇ ਵਿੱਚ ਸ਼ੁਰੂ ਦੇ ਵਿੱਚ ਇੱਕ ਉਦਾਹਰਣ ਦਿੱਤੀ ਹੋਈ ਸੀ ਇਨਵੈਸਟਮੈਂਟ ਦੀ, ਕਿ ਉੜੀਸਾ ਦੇ ਵਿੱਚ ਜੇ ਬਹੁਤ ਸਾਰੇ ਖਣਿਜ ਨੇਗੇ, ਜੇ ਉੱਥੇ ਕੋਈ ਬਾਹਰੋਂ ਆ ਕੇ ਕੋਈ ਕੰਪਨੀ ਇਨਵੈਸਟ ਕਰਦੀ ਹੈ ਜਾਂ ਡੋਮੈਸਟਿਕ ਕੰਪਨੀ ਹੀ ਇਨਵੈਸਟ ਕਰਦੀ ਹੈ ਤਾਂ ਉਹਦਾ ਉੜੀਸਾ ਨੂੰ ਕੀ ਫਾਇਦਾ ਹੋਊਗਾ, ਕੀ ਨੁਕਸਾਨ ਹੋਊਗਾ, ਇਹਦੇ ਬਾਰੇ ਆਪਾਂ ਕੀਤਾ ਸੀਗਾ। ਇਸ ਤੋਂ ਬਾਅਦ ਆਪਾਂ ਐਗਰੀਕਲਚਰ 'ਤੇ ਧਿਆਨ ਦੇਈਏ ਜਾਂ ਇੰਡਸਟਰੀ 'ਤੇ ਧਿਆਨ ਦੇਈਏ, ਇਹ ਕੁਐਸਚਨ ਅਰੋਜ਼ ਹੋ ਜਾਂਦਾ ਹੈ, ਉਹਦੇ 'ਤੇ ਆਪਾਂ ਚਰਚਾ ਕੀਤੀ ਸੀਗੀ। ਤਾਂ ਇਹ ਕੁਝ ਟੋਪਿਕ ਆਪਾਂ ਕਰ ਚੁੱਕੇ ਹਾਂ। ਫਿਰ ਆਪਾਂ ਪਲੈਨਿੰਗ ਕਮਿਸ਼ਨ ਬਾਰੇ ਵੀ ਕਰਿਆ ਸੀਗਾ। ਇੰਡੀਆ ਦੇ ਵਿੱਚ ਮਾਡਲ ਕਿਹੜਾ ਹੈਗਾ ਇਹਦੇ ਬਾਰੇ ਵੀ ਕਰਿਆ ਸੀਗਾ। ਮਾਡਲ ਮੇਨਸ ਦੋ ਕਿਹੜੇ ਕਿਹੜੇ ਨੇ ਇਹਦੇ ਬਾਰੇ ਵੀ ਕਰਿਆ ਸੀਗਾ, ਜਿਵੇਂ ਕਿ ਸੋਸ਼ਲਿਸਟ ਮਾਡਲ ਹੈ ਜਾਂ ਇੱਕ ਕੈਪੀਟਲਿਸਟ ਮਾਡਲ ਹੈ। ਇੰਡੀਆ ਨੇ ਮਿਕਸ ਮਾਡਲ ਅਪਣਾਇਆ ਹੋਇਆ ਹੈਗਾ ਇਕੋਨਮੀ ਦਾ। ਇਹ ਆਪਾਂ ਸਾਰੀਆਂ ਚੀਜ਼ਾਂ ਕੀਤੀਆਂ ਸੀਗੀਆਂ। ਹਾਂਜੀ, ਸਤਿ ਸ਼੍ਰੀ ਅਕਾਲ। ਰਜਿੰਦਰਾ ਕੋਚਿੰਗ ਸੈਂਟਰ ਤੁਹਾਡਾ ਸਵਾਗਤ ਹੈ। ਅੱਜ ਆਪਾਂ ਲੈ ਕੇ ਆਏ ਹਾਂ ਉਸੇ ਚੈਪਟਰ ਦਾ ਸੈਕੰਡ ਪਾਰਟ। ਹਾਂਜੀ, ਸ਼ੁਰੂ ਕਰਦੇ ਹਾਂ ਵੀ। ਸ਼ੁਰੂ ਦੇ ਵਿੱਚ ਹੈਗਾ ਕੇਰਲਾ ਮਾਡਲ। ਦੇਖੋ, ਕੇਰਲਾ ਸਟੇਟ ਨੇ ਇੱਕ ਮਾਡਲ ਲੈ ਕੇ ਆਂਦਾ, ਜਿਹੜਾ ਇੱਕ ਡਾਕੂਮੈਂਟ ਹੈਗਾ ਵੀ ਉਹਨਾਂ ਨੇ ਕਿਸ ਤਰ੍ਹਾਂ ਵਿਕਾਸ ਕਰਨਾ ਗਾ, ਕਿਸ ਤਰ੍ਹਾਂ ਸਟੇਟ ਦੀ ਡਿਵੈਲਪਮੈਂਟ ਕਰਨੀ ਹੈਗੀ, ਐਜੂਕੇਸ਼ਨ ਦੇ ਖਿਆਲ ਕਰਨਾ ਹੈ, ਚਾਈਲਡ ਕੇਅਰ 'ਤੇ ਖਿਆਲ ਕਰਨਾ ਹੈ, ਵੈਲਫੇਅਰ ਸਕੀਮਜ਼ ਲੈ ਕੇ ਆਉਣੀਆਂ ਨੇਗੀਆਂ, ਲਿਟਰੇਸੀ ਰੇਟ ਨੂੰ ਇੰਪਰੂਵ ਕਰਨਾ ਹੈ, ਪਾਵਰਟੀ ਨੂੰ ਐਲੀਮੀਨੇਟ ਕਰਨਾ ਹੈ। ਇਸ ਤਰ੍ਹਾਂ ਉਹਦੇ ਲਈ ਇੱਕ ਡਾਕੂਮੈਂਟ ਹੈਗਾ, ਉਸੇ ਨੂੰ ਹੀ ਕੇਰਲਾ ਮਾਡਲ ਕਿਹਾ ਜਾਂਦਾ ਹੈਗਾ। ਬਾਕੀ ਆਪਾਂ ਪੜ੍ਹਦੇ ਆਂਗੇ, ਦੇਖਦੇ ਆਂਗੇ। ਫਸਟ ਪੁਆਇੰਟ ਹੈ ਵੀ ਦਾ ਕੇਰਲਾ ਮਾਡਲ ਇਜ਼ ਦਾ ਨੇਮ ਗਿਵਨ ਟੂ ਦਾ ਪਾਥ ਆਫ ਦਾ ਪਲੈਨਿੰਗ ਐਂਡ ਡਿਵੈਲਪਮੈਂਟ ਚਾਰਟਡ ਬਾਏ ਦਾ ਸਟੇਟ ਆਫ ਕੇਰਲਾ। ਹਾਂਜੀ ਬਿਲਕੁਲ, ਕੇਰਲਾ ਮਾਡਲ ਕਹਿੰਦੇ ਉਸਨੂੰ ਨਾਮ ਦਿੱਤਾ ਗਿਆ ਹੈ। ਇਹ ਇੱਕ ਪਲੈਨਿੰਗ ਅਤੇ ਡਿਵੈਲਪਮੈਂਟ ਦਾ ਇੱਕ ਚਾਰਟ ਹੈਗਾ, ਜਿਹੜਾ ਕਿ ਸਟੇਟ ਆਫ ਕੇਰਲਾ ਨੇ ਦਿੱਤਾ ਗਾ। ਉਹਦੇ ਪਾਥ ਨੂੰ ਹੀ ਕੇਰਲਾ ਮਾਡਲ ਦਾ ਨਾਮ ਦਿੱਤਾ ਗਿਆ ਹੈ। ਹਾਂਜੀ, there has been a focus in this model on education, health, land reform, effective food distribution and poverty alleviation। ਹਾਂਜੀ, ਇਹਨਾਂ ਨੇ ਇਹਦੇ ਵਿੱਚ ਫੋਕਸ ਕਿਹੜੀਆਂ ਚੀਜ਼ਾਂ 'ਤੇ ਕੀਤਾ ਗਾ ਇਸ ਮਾਡਲ ਦੇ ਵਿੱਚ? ਐਜੂਕੇਸ਼ਨ 'ਤੇ, ਸਿਹਤ 'ਤੇ, ਲੈਂਡ ਰਿਫੋਰਮ 'ਤੇ, ਭੂਮੀ ਸੁਧਾਰ 'ਤੇ, ਇਫੈਕਟਿਵ ਫੂਡ ਡਿਸਟਰੀਬਿਊਸ਼ਨ 'ਤੇ ਵੀ ਫੂਡ ਦੀ ਡਿਸਟਰੀਬਿਊਸ਼ਨ ਹੋਵੇ, ਪਾਵਰਟੀ ਐਲੀਵੇਸ਼ਨ ਦੀ, ਗਰੀਬੀ ਨੂੰ ਹਟਾਉਣ 'ਤੇ ਫੋਕਸ ਕੀਤਾ ਗਿਆ ਹੈਗਾ ਇਸ ਮਾਡਲ ਦੇ ਵਿੱਚ। ਹਾਂਜੀ, ਕੇਰਲਾ ਅਚੀਵਡ 100% ਲਿਟਰੇਸੀ ਰੇਟ ਅਪਰੋਕਸੀਮੇਟਲੀ। ਕੇਰਲਾ ਨੇ ਨਾ ਇਹ ਮਾਡਲ ਨੂੰ ਅਪਲਾਈ ਕਰਨ ਤੋਂ ਬਾਅਦ 100% ਲਿਟਰੇਸੀ ਰੇਟ ਨੂੰ ਅਚੀਵ ਕਰ ਲਿਆ, ਕਿ ਉੱਥੇ 100% ਹੀ ਲੋਕ ਪੜ੍ਹੇ ਲਿਖੇ ਹੈਗੇ ਕੇਰਲਾ ਦੇ ਵਿੱਚ। ਲੋ ਇਨਫੈਂਟ ਐਂਡ ਫੀਮੇਲ ਮੋਰਟੈਲਿਟੀ, ਲੋ ਬਰਥ ਰੇਟਸ ਐਂਡ ਹਾਈ ਐਕਸੈਸ ਟੂ ਮੈਡੀਕਲ ਕੇਅਰ। ਕਈ ਵਾਰ ਜਦੋਂ ਇੱਕ ਗਰਭਵਤੀ ਮਹਿਲਾ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹਦੀ ਮੌਤ ਹੋ ਜਾਂਦੀ ਹੈ। ਕਈ ਵਾਰ ਬਹੁਤ ਸਾਰੇ ਬੱਚਿਆਂ ਦੀ ਜਨਮ ਦੇ ਸਮੇਂ ਮੌਤ ਹੋ ਜਾਂਦੀ ਹੈ। ਕੇਰਲਾ ਸਰਕਾਰ ਨੇ ਇੰਨੀ ਵਧੀਆ ਹੈਲਥ ਕੇਅਰ ਦਿੱਤੀ ਹੈ ਕਿ ਇੰਨੀਆਂ ਵਧੀਆ ਮੈਡੀਕਲ ਸਹੂਲਤਾਂ ਦਿੱਤੀਆਂ ਨੇ ਆਪਦੇ ਸਿਟੀਜ਼ਨਸ ਨੂੰ, ਕਿ ਉਹਨਾਂ ਨੇ ਇਨਫੈਂਟ ਰੇਟ ਨੂੰ ਅਤੇ ਮੋਰਟੈਲਿਟੀ ਰੇਟ ਨੂੰ, ਮਦਰ ਮੋਰਟੈਲਿਟੀ ਰੇਟ ਨੂੰ ਬਿਲਕੁਲ ਲੋਅ ਕਰ ਦਿੱਤਾ ਗਾ। ਇਹ ਬਹੁਤ ਵੱਡੀ ਅਚੀਵਮੈਂਟ ਹੈ ਕੇਰਲਾ ਗੌਰਮੈਂਟ ਦੀ। ਹਾਂਜੀ, ਅੱਗੇ ਵਧਦੇ ਹਾਂ ਬੱਚੋ। ਅੱਗੇ ਲਿਖਿਆ ਹੋਇਆ ਪਬਲਿਕ ਵਰਸਜ ਪ੍ਰਾਈਵੇਟ ਸੈਕਟਰ। ਪਬਲਿਕ ਵਰਸਜ ਪ੍ਰਾਈਵੇਟ ਸੈਕਟਰ। ਦੇਖੋ, ਪਬਲਿਕ ਦਾ ਬੱਚੋ ਅਰਥ ਹੁੰਦਾ ਗਾ ਜਿਹਦੇ ਵਿੱਚ ਸਰਕਾਰ ਇਨਵੋਲਵ ਹੈਗੀ, ਜਿਹਦੇ ਵਿੱਚ ਸਰਕਾਰ ਦਾ ਰੋਲ ਜ਼ਿਆਦਾ ਹੈਗਾ, ਜਿਹਦੇ ਵਿੱਚ ਸਰਕਾਰ ਹੀ ਕੰਟਰੋਲ ਕਰੂਗੀ, ਸਰਕਾਰ ਹੀ ਮਾਲਕ ਹੈ, ਉਹਨਾਂ ਨੂੰ ਪਬਲਿਕ ਇੰਡਸਟਰੀ ਬੋਲਿਆ ਜਾਂਦਾ ਗਾ। ਪ੍ਰਾਈਵੇਟ ਸੈਕਟਰ ਉਹ ਹੁੰਦਾ ਗਾ ਜਿੱਥੇ ਇੱਕ ਪ੍ਰਾਈਵੇਟ ਪਰਸਨ ਇਨਵੋਲਵ ਹੈ, ਉਹਨੂੰ ਓਨ ਕਰ ਰਿਹਾ ਹੈਗਾ, ਪ੍ਰਾਈਵੇਟ ਹੀ ਸਾਰੇ ਫੈਸਲੇ ਲੈ ਰਿਹਾ ਹੈਗਾ, ਪ੍ਰਾਈਵੇਟ ਹੀ ਉੱਥੇ ਸਾਰੇ ਨੌਕਰੀਆਂ ਦੇ ਰਿਹਾ ਹੈਗਾ, ਲੋਜ਼ ਬਣਾ ਰਿਹਾ ਹੈਗਾ ਕਿਸੇ ਕੰਪਨੀ ਨੂੰ ਰਨ ਕਰਨ ਵਾਸਤੇ, ਕਿਸੇ ਔਰਗਨਾਈਜ਼ ਨੂੰ ਰਨ ਕਰਨ ਵਾਸਤੇ। ਹਾਂਜੀ, ਦੇਖਦੇ ਹਾਂ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਨੂੰ ਇੰਡੀਆ ਦੇ ਵਿੱਚ ਕਿਵੇਂ ਦੋਨਾਂ ਨੂੰ ਮਿਕਸ ਕਰਕੇ ਚਲਾਇਆ ਜਾ ਰਿਹਾ ਹੈਗਾ। ਤਾਂ ਕੁਝ ਲੋਕ ਇਹ ਕਹਿ ਰਹੇ ਆ ਵੀ ਇੰਡੀਆ ਦੇ ਵਿੱਚ ਇੰਡਸਟਰੀ ਨੂੰ, ਐਗਰੀਕਲਚਰ ਨੂੰ ਪਬਲਿਕ ਸੈਕਟਰ ਦੇ ਅਧੀਨ ਲਿਆਉਣਾ ਚਾਹੀਦਾ ਹੈਗਾ। ਕੁਝ ਕਹਿੰਦੇ ਹੈਗੇ ਵੀ ਨਹੀਂ, ਪ੍ਰਾਈਵੇਟ ਸੈਕਟਰ ਦੇ ਅਧੀਨ ਲਿਆਉਣਾ ਚਾਹੀਦਾ ਹੈਗਾ। ਤਾਂ ਇੱਥੇ ਕਈ ਵਾਰੀ ਬਹਿਸ ਹੁੰਦੀ ਆ, ਉਹੀ ਬਹਿਸ ਲਿਖੀ ਹੈ ਇੱਥੇ, ਹੋਰ ਕੁਛ ਨਹੀਂ ਗਾ। ਦੇਖਦੇ ਹਾਂ ਆਪਾਂ। ਪਹਿਲਾ ਪੁਆਇੰਟ ਹੈ ਇੰਡੀਆ ਅਡੋਪਟਡ ਮਿਕਸਡ ਇਕੋਨਮੀ। ਇੰਡੀਆ ਨੇ ਇੱਕ ਮਿਕਸਡ ਇਕੋਨਮੀ ਮਾਡਲ ਨੂੰ ਅਪਣਾਇਆ ਹੈਗਾ। ਇੰਡੀਆ ਦੇ ਵਿੱਚ ਕੁਝ ਚੀਜ਼ਾਂ ਪ੍ਰਾਈਵੇਟ ਨੇ, ਕੁਝ ਚੀਜ਼ਾਂ ਪਬਲਿਕ ਨੇ। ਇੰਡੀਆ ਦੇ ਵਿੱਚ ਜਿਹੜਾ ਆਪਾਂ ਇਕਨੋਮਿਕ ਮਾਡਲ ਬਣਾਇਆ ਹੈਗਾ ਕੁਝ ਗੁਣ ਇਹ 'ਚ ਸੋਸ਼ਲਿਸਟ ਮਾਡਲ ਦੇ ਨੇ, ਕੁਝ ਗੁਣ ਉਹਦੇ 'ਚ ਕੈਪਿਟਲਿਸਟ ਮਾਡਲ ਦੇ ਨੇ। ਹਾਂਜੀ, ਦੂਜਾ ਪੁਆਇੰਟ ਹੈ ਇਹ ਮਿਕਸਡ ਮਾਡਲ ਕ੍ਰਿਟੀਸਾਈਡ ਫਰੋਮ ਬੋਥ ਦਾ ਲੈਫਟ ਐਂਡ ਦਾ ਰਾਈਟ ਪਾਰਟੀ। ਵੀ ਜਿਹੜਾ ਮਿਕਸਡ ਮਾਡਲ ਆ ਉਹਦੀ ਆਲੋਚਨਾ ਦੋਨੋਂ ਕਰਦੇ ਨੇ,
ਲੈਫਟ ਪਾਰਟੀਜ਼ ਵੀ ਕਰਦੀਆਂ ਨੇਗੀਆਂ ਅਤੇ ਰਾਈਟ ਪਾਰਟੀਜ਼ ਵੀ ਕਰਦੀਆਂ ਨੇ। ਲੈਫਟ ਕੀ ਨੇ, ਰਾਈਟ ਕੀ ਨੇ, ਮੈਂ ਪਿਛਲੀ ਵੀਡੀਓ ਚੰਗੀ ਤਰ੍ਹਾਂ ਸਮਝਾਇਆ ਹੋਏਗਾ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ। ਹਾਂਜੀ, ਅੱਗੇ ਆ ਵੀ the state policy to restrict import of goods that could be produced in the domestic market with little or no competition, quality was poor and product was costly। ਬਿਲਕੁਲ ਵੀ ਇਹ ਐਂ ਕਹਿ ਰਹੇ ਹੈਗੇ, ਕਹਿੰਦੇ ਜੀ ਸਟੇਟ ਆ ਨਾ ਜਿਹੜੀ, ਜੇ ਉਹ ਕੋਈ ਪਾਲਿਸੀ ਬਣਾਉਣੀ ਆ, ਸਟੇਟ ਦੀ ਕੋਈ ਪਾਲਿਸੀ, ਜੇ ਗੁਡਸ ਦੇ ਇੰਪੋਰਟ ਕਰ ਰਹੇ ਹਾਂ ਆਪਾਂ, ਕਿਸੇ ਵਸਤੂ ਨੂੰ ਆਪਾਂ ਬਾਹਰੋਂ ਮੰਗਵਾ ਰਹੇ ਹਾਂ ਅਤੇ ਉਸ ਇੰਪੋਰਟ ਨੂੰ ਸਟੇਟ ਦੀ ਕੋਈ ਪਾਲਿਸੀ ਰਿਸਟ੍ਰਿਕਟ ਕਰ ਰਹੀ ਆ, ਰੋਕ ਰਹੀ ਹੈਗੀ, ਤਾਂ ਇਹਦੇ ਨਾਲ ਕੀ ਪ੍ਰੋਡਿਊਸ, ਤਾਂ ਕਿ ਉਹ ਖੁਦ ਪ੍ਰੋਡਿਊਸ ਕਰ ਸਕੇ, ਤਾਂ ਕਿ ਸਟੇਟ ਦੇਖੋ ਬਾਹਰਲੇ ਸਮਾਨ 'ਤੇ ਜੇ ਆਪਾਂ ਪਾਬੰਦੀ ਲਾਵਾਂਗੇ ਵੀ ਉਹ ਸਾਡੇ ਦੇਸ਼ ਦੇ ਵਿੱਚ ਨਾ ਆਵੇ, ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਵਾਂਗੇ ਵੀ ਬਾਹਰਲਾ ਸਮਾਨ ਘੱਟ ਤੋਂ ਘੱਟ ਆਵੇ, ਤਾਂ ਆਪਣੇ ਜਿਹੜੇ ਡੋਮੈਸਟਿਕ ਮਾਰਕੀਟ ਹੈਗੀ ਉਹ ਪ੍ਰੋਡਿਊਸ ਕਰੂਗੀ, ਫਿਰ ਉਹ ਕਰ ਸਕਦੀ ਹੈਗੀ, ਬਿਲਕੁਲ ਕਰ ਸਕਦੀ ਹੈ। ਅਤੇ ਇਹਦੇ ਨਾਲ ਕੀ ਹੋਊਗਾ, ਆਪਣਾ ਜਿਹੜਾ ਕੰਪੀਟੀਸ਼ਨ ਹੈ ਬਾਹਰਲੇ ਪ੍ਰੋਡਕਟਸ ਦੇ ਨਾਲ ਉਹ ਘੱਟ ਜਾਊਗਾ, ਜਾਂ ਐਂ ਕਹਿ ਲਓ ਵੀ ਆਪਾਂ ਸਾਰੀਆਂ ਹੀ ਚੀਜ਼ਾਂ ਬੰਦ ਕਰਤੀਆਂ ਤਾਂ ਆਪਣੇ ਦੇਸ਼ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਨਾਲ ਕਿਸੇ ਚੀਜ਼ ਨਾਲ ਕੰਪੀਟੀਸ਼ਨ ਹੀ ਨਹੀਂ ਹੋਣਾ। ਇਹਦੇ ਨਾਲ ਆਪਣੀ ਕੁਆਲਿਟੀ ਵੀ ਘੱਟ ਜਾਊਗੀ ਅਤੇ ਜਿਹੜਾ ਆਪਣਾ ਪ੍ਰੋਡਕਟ ਹੈਗਾ ਉਹ ਵੀ ਕੋਸਟਲੀ ਹੋ ਜਾਊਗਾ, ਮਹਿੰਗਾ ਹੋ ਜਾਊਗਾ ਵੀ। ਠੀਕ ਹੈ ਜੀ, ਇਹ ਗੱਲ ਕਹਿ ਰਹੇ ਹੈਗੇ। ਬਿਲਕੁਲ ਜੀ, ਇਹ ਬਿਲਕੁਲ ਇੱਕ ਜਾਇਜ਼ ਚਿੰਤਾ ਹੈਗੀ। ਹਾਂਜੀ, ਅਗਲਾ ਪੁਆਇੰਟ ਹੈ ਵੀ critics pointed out that the state did not spend any significant amount for public education and healthcare, poverty did not decline। ਜਿਹੜੇ ਆਲੋਚਕ ਹੈ ਉਹ ਇਸ ਕਰਕੇ ਵੀ ਸਟੇਟ ਨੂੰ ਪੁਆਇੰਟ ਆਊਟ ਕਰਦੇ ਆ ਕਿ ਉਹ ਜਿਹੜਾ ਇੱਕ ਮਹੱਤਵਪੂਰਨ ਰਾਸ਼ੀ ਹੈ ਨਾ, ਉਹ ਪਬਲਿਕ ਐਜੂਕੇਸ਼ਨ 'ਤੇ ਖਰਚ ਨਹੀਂ ਕਰ ਰਹੇ, ਵੀ ਸਰਕਾਰ ਖਰਚ ਨਹੀਂ ਕਰ ਰਹੀ, ਨਾ ਹੀ ਉਹ ਹੈਲਥ ਕੇਅਰ 'ਤੇ ਖਰਚ ਕਰ ਰਹੀ ਹੈ, ਨਾ ਹੀ ਉਹ ਪਾਵਰਟੀ ਨੂੰ ਘੱਟ ਕਰ ਰਹੀ ਹੈਗੀ। ਠੀਕ ਹੈ ਜੀ, ਇਹ ਕੁਝ ਵਿਚਾਰ ਤਕਰਾਰ ਚੱਲਦੇ ਰਹਿੰਦੇ ਹੈਗੇ ਪਬਲਿਕ ਅਤੇ ਪ੍ਰਾਈਵੇਟ ਦੇ ਵਿੱਚ। ਹਾਂਜੀ, ਬਹੁਤ ਹੀ ਸੌਖਾ ਸੀਗਾ ਵੀ ਇਹ ਕੁਛ ਨਹੀਂ ਹੈਗਾ ਅਤੇ ਬਹੁਤ ਮਹੱਤਵਪੂਰਨ ਸੀਗਾ ਇਹ। ਅੱਗੇ ਵਧਦੇ ਹਾਂ ਬੱਚੋ, ਅੱਗੇ ਹੈਗਾ ਵੀ ਮੇਜਰ ਆਊਟਕਮਸ ਫਾਊਂਡੇਸ਼ਨ 'ਚ ਵੀ ਆਪਾਂ ਜਿਹੜਾ ਮਿਕਸ ਮਾਡਲ ਅਪਣਾਇਆ ਹੈਗਾ, ਇਸ ਮਾਡਲ ਦੇ ਅਧੀਨ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾ ਲਈਆਂ, ਦੇਸ਼ ਦੇ ਵਿੱਚ ਕੀ ਕੁਝ ਇੰਪਰੂਵ ਕਰ ਲਿਆ, ਕਿੱਥੇ ਆਪਾਂ ਸੜਕਾਂ ਬਣਾ ਲਈਆਂ, ਕਿੱਥੇ ਆਪਾਂ ਪੁੱਲ ਬਣਾ ਤੇ, ਕਿੱਥੇ ਆਪਾਂ ਕੋਈ ਡੈਮ ਬਣਾ ਤੇ, ਕਿੱਥੇ ਆਪਾਂ ਕੋਈ ਵੱਡੀ ਇੰਡਸਟਰੀ ਲਾਤੀ, ਸਟੀਲ ਪ੍ਰੋਡਕਸ਼ਨ ਦੀ ਇੰਡਸਟਰੀ ਲਾਤੀ, ਰਿਫਾਈਨਰੀ ਲਾਤੀ, ਉਹਦੀ ਗੱਲ ਕੀਤੀ ਜਾ ਰਹੀ ਹੈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਫਾਊਂਡ ਕਰ ਲਈਆਂ। ਹਾਂਜੀ, ਪਹਿਲਾ ਪੁਆਇੰਟ ਹੈਗਾ ਦ ਲਾਰਜੈਸਟ ਡਿਵੈਲਪਮੈਂਟਲ ਪ੍ਰੋਜੈਕਟਸ ਇਨਕਲੂਡ ਮੈਗਾ ਡੈਮਜ਼ ਲਾਈਕ ਭਾਖੜਾ ਨੰਗਲ ਡੈਮ ਐਂਡ ਹੀਰਾਕੁੰਡ ਫਾਰ ਇਰੀਗੇਸ਼ਨ ਐਂਡ ਪਾਵਰ ਜਨਰੇਸ਼ਨ। ਕਹਿੰਦੇ ਸਭ ਤੋਂ ਵੱਡੀ ਡਿਵੈਲਪਮੈਂਟ ਤਾਂ ਇਹ ਹੋਈ ਕਿ ਆਪਾਂ ਨਾ ਮੈਗਾ ਡੈਮ ਬਣਾ ਲਏ, ਜਿਵੇਂ ਕਿ ਭਾਖੜਾ ਨੰਗਲ ਡੈਮ ਹੋ ਗਿਆ। ਭਾਖੜਾ ਨੰਗਲ ਡੈਮ ਹੈ ਜਿਹੜਾ ਵੀ ਇਹ ਹੈਗਾ ਸਤਲੁਜ ਨਦੀ ਦੇ ਉੱਤੇ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਬਣਿਆ ਹੋਇਆ ਹੈਗਾ, ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਨੰਗਲ ਦੇ ਵਿੱਚ ਵੀ ਛੋਟਾ ਜਿਹਾ ਡੈਮ ਬਣਿਆ ਹੈਗਾ। ਭਾਖੜਾ ਅਤੇ ਨੰਗਲ ਅਲੱਗ ਅਲੱਗ ਡੈਮ ਬਣੇ ਹੋਏ ਹੈਗੇ, ਦੋਨੇ ਸਤਲੁਜ ਨਦੀ 'ਤੇ ਹੈਗੇ, ਨੇੜੇ ਨੇੜੇ ਹੈਗੇ, ਬਟ ਜਿਹੜਾ ਭਾਖੜਾ ਹੈਗਾ ਉਹ ਹਿਮਾਚਲ 'ਚ ਹੈਗਾ ਅਤੇ ਨੰਗਲ ਹੈ ਜਿਹੜਾ ਉਹ ਪੰਜਾਬ 'ਚ ਹੈਗਾ। ਹਾਂਜੀ, ਹੀਰਾਕੁੰਡ ਡੈਮ ਜਿਹੜੇ ਉੜੀਸਾ 'ਚ ਇਹ ਮਹਾਨਦੀ 'ਤੇ ਬਣਿਆ ਹੋਇਆ ਹੈਗਾ। ਇਹ ਮੈਂ ਜਨਰਲ ਨੌਲੇਜ ਦੇ ਰਿਹਾ ਵੈਸੇ, ਤਾਂ ਕਿ ਤੁਸੀਂ ਜੇ ਕੱਲ੍ਹ ਨੂੰ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਉੱਥੇ ਕੰਮ ਆਉਣਗੇ ਇਹ। ਹੀਰਾਕੁੰਡ ਡੈਮ ਇੰਡੀਆ ਦਾ ਸਭ ਤੋਂ ਵੱਡਾ ਡੈਮ ਹੈ ਵੀ, ਅਤੇ ਇਹਦੀ ਜਿਹੜੀ ਆਪਾਂ ਨੀਂਹ ਰੱਖੀ ਇਸ ਮਾਡਲ ਦੇ ਦੌਰਾਨ ਹੀ, ਅਤੇ ਇਰੀਗੇਸ਼ਨ ਅਤੇ ਪਾਵਰ ਜਨਰੇਸ਼ਨ ਵਾਸਤੇ ਯੂਜ਼ ਕੀਤੇ ਜਾਂਦੇ ਆ ਦੋਨੋਂ ਡੈਮ। ਹਾਂਜੀ, ਹੋਰ ਵੀ ਕਈ ਛੋਟੇ ਛੋਟੇ ਡੈਮ ਬਣੇ ਹੋਣਗੇ ਉਹਨਾਂ ਸਮਿਆਂ ਦੇ ਵਿੱਚ, ਇਹ ਤੁਹਾਡੀ ਕਿਤਾਬ ਦੇ ਵਿੱਚ ਲਿਖੇ ਸੀ, ਇਸ ਕਰਕੇ ਮੈਂ ਇੱਥੇ ਦੱਸਿਆ। ਅਗਲਾ ਪੁਆਇੰਟ ਆ ਵੀ some of heavy industries in the public sector, steel plants, oil refineries, manufacturing units, defense production sector। ਇਸ ਤੋਂ ਇਲਾਵਾ ਕੁਝ ਆਪਾਂ ਹੈਵੀ ਇੰਡਸਟਰੀਜ਼ ਵੀ ਲਾਈਆਂ ਪਬਲਿਕ ਸੈਕਟਰ ਵਾਲੀਆਂ, ਪਬਲਿਕ ਸੈਕਟਰ ਦੇ ਵਿੱਚ ਲਾਈਆਂ, ਜਿਵੇਂ ਸਟੀਲ ਪਲਾਂਟ ਵੀ ਲਾਏ ਆਪਾਂ, ਆਇਲ ਰਿਫਾਈਨਰੀਜ਼ ਵੀ ਲਾਈਆਂ। ਸਟੀਲ ਪਲਾਂਟ ਜਿਵੇਂ ਤੁਸੀਂ ਸੁਣੇ ਹੋਣਗੇ, ਜਿਵੇਂ ਕਿ ਜਿਵੇਂ ਦੁਰਗਾਪੁਰ, ਜਿਵੇਂ ਬੋਕਾਰੋ, ਜਿਵੇਂ ਤੁਸੀਂ ਸੁਣਿਆ ਹੋਊਗਾ ਰੌਰਕੇਲਾ। ਇਹ ਸਟੀਲ ਪਲਾਂਟ ਆ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਹੀ ਲੱਗੇ ਸੀਗੇ, ਪਹਿਲੀ ਸੈਕਿੰਡ 5 ਈਅਰ ਪਲਾਨ ਦੇ ਦੌਰਾਨ ਇਹ ਲੱਗੇ ਹੈਗੇ। ਹਾਂਜੀ, ਆਇਲ ਰਿਫਾਈਨਰੀ ਦਾ ਸਿੱਧਰੀ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਬਹੁਤ ਵੱਡਾ ਇੱਕ ਪਲਾਂਟ ਲੱਗਿਆ ਹੋਇਆ ਹੈਗਾ ਆਇਲ ਰਿਫਾਈਨਰੀ ਦਾ। ਹੋਰ ਵੀ ਬਹੁਤ ਸਾਰੇ ਬਾਅਦ ਵਿੱਚ ਪਾਣੀਪਤ ਰਿਫਾਈਨਰੀ ਜਾਂ ਆਪਣੇ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਇਹ ਲੱਗੀਆਂ ਨੇ। ਕੁਝ ਮੈਨੂਫੈਕਚਰਿੰਗ ਯੂਨਿਟ ਵੀ ਲੱਗੇ ਆ ਵੀ, ਜਿੱਥੇ ਚੀਜ਼ਾਂ ਦਾ ਮੈਨੂਫੈਕਚਰਿੰਗ ਹੁੰਦੀ ਹੈ, ਕਾਰਾਂ ਬਣਾਉਣ ਦੀਆਂ ਇੰਡਸਟਰੀਆਂ ਜਾਂ ਏਅਰਕ੍ਰਾਫਟ ਬਣਾਉਣ ਦੀਆਂ ਇੰਡਸਟਰੀਆਂ। ਕੁਝ ਡਿਫੈਂਸ ਪ੍ਰੋਡਕਸ਼ਨ ਵਾਲੇ ਵੀ ਹੈਗੇ, ਜਿੱਥੇ ਆਪਣੇ ਹਥਿਆਰ ਬਣਾਏ ਜਾਂਦੇ ਹੈਗੇ, ਉਹ ਡਿਫੈਂਸ ਪ੍ਰੋਡਕਸ਼ਨ ਵਾਲੇ ਹੋ ਗਈਆਂ ਇੰਡਸਟਰੀਆਂ। ਇਹ ਬਣਾਈਆਂ ਗਈਆਂ ਸੈਕਿੰਡ 5 ਈਅਰ ਪਲਾਨ ਦੇ ਦੌਰਾਨ ਜਾਂ ਇਸ ਤੋਂ ਬਾਅਦ। ਹਾਂਜੀ, ਅੱਗੇ ਇਨਫਰਾਸਟਰਕਚਰ ਫਾਰ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਵਾਜ ਇੰਪਰੂਵਡ।
ਇਸ ਮਾਡਲ ਦੇ ਅਧੀਨ ਹੀ ਆਪਾਂ ਇਨਫਰਾਸਟਰਕਚਰ ਨੂੰ ਇੰਪਰੂਵ ਕੀਤਾ ਵੀ ਸੜਕਾਂ ਬਣਾਈਆਂ ਨੇ, ਪੁਲ ਬਣਾਏ ਨੇ, ਨਹਿਰਾਂ ਬਣਾਈਆਂ ਨੇ। ਇਸ ਤੋਂ ਇਲਾਵਾ ਆਪਾਂ ਰੇਲਵੇ ਲਾਈਨਾਂ ਵਿਛਾਈਆਂ ਨੇ, ਪੋਰਟ ਨੂੰ ਡਿਵੈਲਪ ਕੀਤਾ ਗਾ, ਏਅਰਪੋਰਟ ਨੂੰ ਵੀ, ਸੀ ਪੋਰਟ ਨੂੰ ਵੀ ਡਿਵੈਲਪ ਕੀਤਾ ਗਾ, ਅਤੇ ਆਪਣੀ ਕਮਿਊਨੀਕੇਸ਼ਨ ਲਾਈਨ ਨੂੰ ਵੀ ਆਪਾਂ ਇੰਪਰੂਵ ਕੀਤਾ ਗਾ। ਟੈਲੀਫੋਨ ਲਾਈਨਾਂ ਨੂੰ ਵਿਛਾਇਆ ਗਾ, ਇੰਟਰਨੈਟ ਲਾਈਨਾਂ ਨੂੰ ਵਿਛਾਇਆ ਗਾ। ਇਹਦੇ ਨਾਲ ਆਪਾਂ ਕਮਿਊਨੀਕੇਸ਼ਨ ਨੂੰ ਵੀ ਇੰਪਰੂਵ ਕੀਤਾ ਗਾ। ਠੀਕ ਹੈ ਬੱਚਿਓ, ਇਹ ਕੁਝ ਮੇਜਰ ਆਊਟਕਮ ਸੀ ਵੀ ਜਿਹੜਾ ਮਾਡਲ ਆਪਾਂ ਬਣਾਇਆ ਉਹਦੇ ਰਾਹੀਂ। ਅੱਗੇ ਵਧਦੇ ਹਾਂ ਬੱਚਿਓ। ਅੱਗੇ ਆ ਗਿਆ ਬੱਚਿਓ ਲੈਂਡ ਰਿਫੋਰਮਸ। ਲੈਂਡ ਰਿਫੋਰਮਸ ਪਹਿਲਾਂ ਸਮਝੋ ਬੱਚਿਓ ਦੋ ਤਿੰਨ ਗੱਲਾਂ। ਦੇਖੋ ਬੱਚੇ, ਜਦੋਂ ਆਪਾਂ ਬ੍ਰਿਟਿਸ਼ ਦੇ ਗੁਲਾਮ ਸੀਗੇ, ਤਾਂ ਬ੍ਰਿਟਿਸ਼ ਨੇ ਇੰਡੀਆ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਪੋਲਿਸੀਜ਼ ਇੰਟਰੋਡਿਊਸ ਕੀਤੀ ਸੀਗੀ ਫਸਲਾਂ ਤੋਂ ਟੈਕਸ ਲੈਣ ਦੀਆਂ, ਭੂਮੀ ਤੋਂ ਟੈਕਸ ਲੈਣ ਦੀਆਂ ਨਾ ਅਲੱਗ ਅਲੱਗ ਸਕੀਮਾਂ ਲਾਈਆਂ ਸੀ। ਉਹ 3 ਸਕੀਮਾਂ ਚੱਲਦੀਆਂ ਸੀ ਇੰਡੀਆ ਦੇ ਵਿੱਚ। ਜਿਵੇਂ ਸਭ ਤੋਂ ਪਹਿਲਾਂ ਉਹਨਾਂ ਨੇ ਬੰਗਾਲ 'ਤੇ ਅਧਿਕਾਰ ਕਰਿਆ, ਤਾਂ ਬੰਗਾਲ ਦੇ ਵਿੱਚ ਉਹਨਾਂ ਨੇ ਲਾਈ ਸੀ ਜ਼ਮੀਂਦਾਰੀ ਪ੍ਰਥਾ, ਜਿਹਨੂੰ ਪਰਮਾਨੈਂਟ ਸੈਟਲਮੈਂਟ ਵੀ ਕਹਿੰਦੇ ਸੀਗੇ। ਲਾਰਡ ਕਰਜ਼ਨ ਲੈ ਕੇ ਆਇਆ ਸੀਗਾ ਉਹ, ਸੌਰੀ ਕਰਜ਼ਨ ਨਹੀਂ, ਲਾਰਡ ਕਾਰਨਵਾਲਿਸ ਲੈ ਕੇ ਆਇਆ ਸੀਗਾ। ਹਾਂਜੀ, ਇੱਕ ਨੌਰਥ ਇੰਡੀਆ ਦੇ ਵਿੱਚ ਚਲਾਈ ਸੀ ਉਹਨਾਂ ਨੇ ਮਹਿਲਵਾੜੀ ਸਿਸਟਮ, ਜਿੱਥੇ ਪਿੰਡ ਨੂੰ ਇੱਕ ਮਹਿਲ ਮੰਨਿਆ ਜਾਂਦਾ ਸੀਗਾ, ਅਤੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਹੁੰਦੇ ਸੀ, ਮੋਹਤਬਰ ਬੰਦੇ ਹੁੰਦੇ ਸੀ, ਪਿੰਡ ਦੀ ਪੰਚਾਇਤ ਹੁੰਦੀ ਸੀ, ਉਹ ਸਾਰਾ ਟੈਕਸ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਾਉਂਦੇ ਸੀ। ਉਹਨੂੰ ਬੋਲਦੇ ਸੀ ਮਹਿਲਵਾੜੀ ਸਿਸਟਮ। ਇੱਕ ਸਾਊਥ ਇੰਡੀਆ ਦੇ ਵਿੱਚ ਸੀਗਾ, ਉਹ ਸੀਗਾ ਰਈਅਤਵਾੜੀ ਸਿਸਟਮ। ਰਈਅਤਵਾੜੀ ਸਿਸਟਮ ਹੈਕਟਰ ਮੁਨਰੋ ਲੈ ਕੇ ਆਇਆ ਸੀਗਾ। ਤਾਂ ਰਈਅਤਵਾੜੀ ਸਿਸਟਮ ਦੇ ਵਿੱਚ ਕਿਸਾਨ ਨੂੰ ਰਾਈਅਤ ਬੋਲਦੇ ਸੀਗੇ, ਅਤੇ ਕਿਸਾਨ ਦੀ ਜ਼ਿੰਮੇਵਾਰੀ ਲਾਤੀ ਸੀ ਟੈਕਸ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾਂ ਕਰਾਉਣ ਦੀ। ਇਹ ਸੀ ਰਾਇਤਵਾੜੀ ਸਿਸਟਮ। ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤਾਂ ਆਪਾਂ ਇਹ ਤਿੰਨੇ ਸਿਸਟਮ ਨੂੰ ਕੀ ਕਰਤਾ, ਐਬੋਲਿਸ਼ ਕਰਤਾ। ਆਪਾਂ ਜ਼ਮੀਂਦਾਰੀ ਪ੍ਰਥਾ ਵੀ ਖਤਮ ਕਰਤੀ, ਆਪਾਂ ਮਹਿਲਵਾੜੀ ਅਤੇ ਰਾਇਤਵਾੜੀ ਵਿਵਸਥਾ ਵੀ ਖਤਮ ਕਰਤੀ। ਇਹਨਾਂ ਨੂੰ ਖਤਮ ਕਰਨ ਤੋਂ ਬਾਅਦ ਇੰਡੀਆ ਦੇ ਵਿੱਚ ਲੈਂਡ ਰਿਫੋਰਮ ਲਿਆਂਦੇ ਗਏ। ਲੈਂਡ ਰਿਫੋਰਮ ਦੇ ਅਧੀਨ ਭੂਮੀ ਦਾ ਰੀਡਿਸਟਰੀਬਿਊਸ਼ਨ ਕੀਤਾ ਗਿਆ। ਮੰਨ ਲਓ, ਹੁਣ ਇਹਨੂੰ ਐਂ ਸਮਝੋ, ਜਿਵੇਂ ਮੰਨ ਲਓ ਆਪਣਾ ਪੰਜਾਬ ਹੈ, ਪੰਜਾਬ ਦੇ ਵਿੱਚੋਂ ਮੰਨ ਲਓ ਪੰਜਾਬ ਦੇ ਕੋਲ 100 ਏਕੜ ਜ਼ਮੀਨ ਹੈ। ਇੱਕ ਉਦਾਹਰਣ ਹੈ, ਪੰਜਾਬ ਦੇ ਕੋਲ 100 ਏਕੜ ਜ਼ਮੀਨ ਹੈ, ਅਤੇ ਪੰਜਾਬ ਦੇ ਵਿੱਚ 100 ਲੋਕ ਰਹਿੰਦੇ ਹੈਗੇ। ਤਾਂ ਇਹ ਪਰ ਹੈੱਡ ਜ਼ਮੀਨ ਵੰਡ ਦਿੱਤੀ ਗਈ ਸੀਗੀ, ਵੀ ਮੰਨ ਲਓ ਜੇ 100 ਏਕੜ ਜ਼ਮੀਨ ਹੈ, 100 ਹੀ ਲੋਕ ਰਹਿੰਦੇ ਆ, ਤਾਂ ਹਰ ਇੱਕ ਆਦਮੀ ਨੂੰ ਇੱਕ ਇੱਕ ਏਕੜ ਜ਼ਮੀਨ ਆ ਜਾਊਗੀ। ਬਟ ਉਹਦਾ ਥੋੜ੍ਹਾ ਜਿਹਾ ਮੁੱਲ ਵੀ ਰੱਖਿਆ ਗਿਆ ਸੀਗਾ। ਭੂਮੀ ਰਿਫੋਰਮ ਜਿਹੜੇ ਲੈਂਡ ਰਿਫੋਰਮ ਆ ਨਾ, ਉਹ 'ਚ ਥੋੜ੍ਹਾ ਜਿਹਾ ਮੁੱਲ ਰੱਖਿਆ ਗਿਆ ਸੀ। ਉਹ ਮੁੱਲ ਚੁਕਾ ਕੇ ਤੁਸੀਂ ਜਿਹੜੇ ਵਿਦਆਊਟ ਲੈਂਡ ਲੋਕ ਹੈਗੇ, ਉਹ ਲੈਂਡ ਨੂੰ ਅਚੀਵ ਕਰ ਸਕਦੇ ਆ, ਪ੍ਰਾਪਤ ਕਰ ਸਕਦੇ ਹੈਗੇ। ਹਾਂਜੀ, ਅਤੇ ਇੱਕ ਸੀਲਿੰਗ ਵੀ ਲਾਈ ਸੀ 30 ਏਕੜ ਤੋਂ ਵੱਧ ਕੋਈ ਜ਼ਮੀਨ ਰੱਖਦਾ, ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਪੋਲੀਟੀਸ਼ਨਾਂ ਕੋਲ, ਬਹੁਤ ਸਾਰੇ ਲੋਕਾਂ ਕੋਲ ਜਾਂ ਰਾਜਿਆਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ। ਉਹਨਾਂ ਤੋਂ ਜ਼ਮੀਨ ਲੈ ਕੇ ਭੂਮੀਹੀਣਾਂ ਦੇ ਵਿੱਚ ਜ਼ਮੀਨ ਵੰਡੀ ਗਈ ਸੀ। ਇਸੇ ਨੂੰ ਲੈਂਡ ਰਿਫੋਰਮ ਕਿਹਾ ਜਾਂਦਾ ਹੈ। ਅੰਗਰੇਜ਼ਾਂ ਦੇ ਸਮੇਂ ਜਿਹੜੀਆਂ ਟੈਕਸ ਇਕੱਠਾ ਕਰਨ ਦੀਆਂ ਜਿਹੜੀਆਂ ਪ੍ਰਥਾਵਾਂ ਚੱਲਦੀਆਂ ਸੀ, ਜਿਵੇਂ ਕਿ ਆਹ ਮੈਂ ਦੱਸਤਾ ਤੁਹਾਨੂੰ ਜ਼ਮੀਂਦਾਰੀ ਪ੍ਰਥਾ, ਰਾਇਤਵਾੜੀ ਵਿਵਸਥਾ ਜਾਂ ਮਹਿਲਵਾੜੀ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਅਤੇ ਲੈਂਡ ਤੋਂ ਟੈਕਸ ਹਟਾ ਦਿੱਤਾ ਗਿਆ। ਠੀਕ ਹੈ ਜੀ। ਇਹਦੇ ਵਿੱਚ ਮੁਰੱਬਾਬੰਦੀ ਅਤੇ ਚੱਕਬੰਦੀ ਵੀ ਲੈ ਕੇ ਆਉਂਦੀ। ਹੱਦਬੰਦੀ ਅਤੇ ਚੱਕਬੰਦੀ ਨੂੰ ਵੀ ਇੰਟਰੋਡਿਊਸ ਕੀਤਾ ਗਿਆ। ਹੱਦਬੰਦੀ ਸੀ, ਹੱਦ ਨਿਸ਼ਚਿਤ ਕੀਤੀ ਗਈ, ਮੰਨ ਲਓ ਕਿਸੇ ਪਿੰਡ ਦੇ ਵਿੱਚ ਜ਼ਿਆਦਾ ਲੋਕ ਰਹਿੰਦੇ ਆ, ਉਹ ਪਿੰਡ ਨੂੰ ਜ਼ਿਆਦਾ ਜ਼ਮੀਨ ਆ ਜਾਊਗੀ, ਕਿਉਂਕਿ ਉੱਥੇ ਲੋਕ ਜ਼ਿਆਦਾ ਰਹਿੰਦੇ ਆ, ਜ਼ਮੀਨ ਜ਼ਿਆਦਾ ਚਾਹੀਦੀ ਆ ਉਹਨਾਂ ਨੂੰ। ਉਹ ਹੱਦਬੰਦੀ ਹੋ ਗਈ ਵੀ ਇੱਥੋਂ ਤੱਕ ਇਹਦੀ ਹੱਦ ਹੋਈ, ਇੱਥੋਂ ਤੱਕ ਇਹਦੀ ਹੱਦ ਹੋਈ, ਇਸ ਤਰ੍ਹਾਂ। ਅਤੇ ਚੱਕਬੰਦੀ ਹੁੰਦਾ ਵੀ ਮੰਨ ਲਓ ਵਿਚਾਲ ਦੀ ਕੋਈ ਸੜਕ ਆ ਗਈ, ਵੀ ਇੱਕ ਪਰਸਨ ਦੀ ਜ਼ਮੀਨ ਇੱਧਰਲੇ ਸਾਈਡ ਵੀ ਹੈਗੀ ਹੈ, ਅਤੇ ਇੱਕ ਪਰਸਨ ਦੀ ਜ਼ਮੀਨ ਇੱਧਰਲੀ ਸਾਈਡ ਵੀ ਹੈਗੀ ਆ। ਦੋ ਪਰਸਨ ਨੇ, ਦੋਨਾਂ ਦੀ ਇੱਕ ਇੱਕ ਪਾਸੇ ਜ਼ਮੀਨ ਹੈ, ਇੱਕ ਦੀ ਘੱਟ ਹੈ, ਇੱਕ ਦੀ ਜ਼ਿਆਦਾ ਹੈ। ਉਹ ਇੱਕ ਦੂਜੇ ਨਾਲ ਤਬਾਦਲਾ ਕਰ ਦੇਣਗੇ, ਇੱਕ ਦੂਜੇ ਨਾਲ ਬਟਵਾਰਾ ਕਰ ਲੈਣਗੇ, ਵੀ ਇੱਕ ਸਾਈਡ 'ਤੇ ਏ ਪਰਸਨ ਹੋ ਜਾਊਗਾ, ਦੂਜੀ ਸਾਈਡ 'ਤੇ ਇਕੱਲਾ ਬੀ ਪਰਸਨ ਹੋ ਜਾਊਗਾ। ਉਹਨੂੰ ਚੱਕਬੰਦੀ ਕਿਹਾ ਜਾਂਦਾ ਹੈਗਾ। ਇਹ ਜੋਤਾਂ ਦੇ ਆਕਾਰ ਵਧਾਉਣ ਵਾਸਤੇ ਚੱਕਬੰਦੀ ਸਕੀਮ ਵੀ ਲਿਆਂਦੀ ਗਈ ਸੀ। ਇਹ ਵੀ ਭੂਮੀ ਸੁਧਾਰ ਦਾ ਇੱਕ ਹਿੱਸਾ ਸੀ। ਠੀਕ ਹੈ ਜੀ। ਭੂਮੀ ਸੁਧਾਰ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ, ਕਿਉਂਕਿ ਵੱਡੇ ਵੱਡੇ ਜਿਹੜੇ ਜ਼ਮੀਂਦਾਰ ਸੀਗੇ, ਐਂ ਕਹਿ ਲਓ ਵੀ ਵੱਡੇ ਵੱਡੇ ਲੈਂਡਲੋਰਡ ਆ, ਉਹ ਪੋਲੀਟੀਸ਼ੀਅਨਾਂ ਦੇ ਨੇੜੇ ਸੀਗੇ। ਉਹਨਾਂ ਨੇ ਜ਼ਮੀਨਾਂ ਨੂੰ ਪੂਰੀ ਤਰ੍ਹਾਂ ਛੱਡਿਆ ਹੀ ਨਹੀਂ ਗਾ। ਠੀਕ ਹੈ ਜੀ। ਇਹ ਸੀ ਲੈਂਡ ਰਿਫੋਰਮ। ਇਹ ਆਪਾਂ ਪੜ੍ਹਦੇ ਹਾਂ, ਹੁਣ ਇਹਨੂੰ ਦੇਖਦੇ ਹਾਂ। ਹਾਂਜੀ, ਪਹਿਲਾ ਪੁਆਇੰਟ ਹੈ ਵੀ ਇਨ ਦਾ ਅਗਰੇਰੀਅਨ ਸੈਕਟਰ ਦਿਸ ਪੀਰੀਅਡ ਵਿਟਨੈਸਡ ਏ ਸੀਰੀਅਸ ਅਟੈਂਪਟ ਐਟ ਲੈਂਡ ਰਿਫੋਰਮਸ। ਵੀ ਅਗਰੇਰੀਅਨ ਸੈਕਟਰ ਦੇ ਵਿੱਚ ਵੀ ਇਹ ਪੀਰੀਅਡ ਇੱਕ ਬਹੁਤ ਹੀ ਗੰਭੀਰ ਕੋਸ਼ਿਸ਼ ਦਾ ਗਵਾਹ ਹੈਗਾ। ਲੈਂਡ ਰਿਫੋਰਮ ਦੇ ਵਿੱਚ ਲੈਂਡ ਰਿਫੋਰਮ ਲਿਆਉਣ ਵਾਸਤੇ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ, ਗੰਭੀਰਤਾ ਨਾਲ ਕੋਸ਼ਿਸ਼ ਕੀਤੀ ਗਈ, ਉਹਦਾ ਗਵਾਹ ਹੈਗਾ ਇਹ। ਸੋਰੀ ਬੱਚਿਓ, ਇਹ ਜਿਹੜਾ ਇਹ ਸਮਾਂ ਨਾ ਲੈਂਡ ਰਿਫੋਰਮ ਲਿਆਉਣ ਵਾਸਤੇ ਕੋਸ਼ਿਸ਼ ਕੀਤੀ ਗਈ, ਉਹਦਾ ਗਵਾਹ ਹੈਗਾ ਇਹ ਸਮਾਂ। ਅੱਗੇ ਵੀ ਦਾ ਐਵੋਲਿਊਸ਼ਨ ਆਫ ਦਾ ਕਲੋਨੀਅਲ ਸਿਸਟਮ ਆਫ ਜ਼ਮੀਂਦਾਰੀ, ਰਾਇਤਵਾੜੀ ਐਂਡ ਮਹਿਲਵਾੜੀ। ਬਿਲਕੁਲ, ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਕਲੋਨੀਅਲ ਸਿਸਟਮ ਦੇ ਸਮੇਂ ਜੋ ਇਹ 3 ਸਿਸਟਮ ਚੱਲਦੇ ਸੀਗੇ ਟੈਕਸ ਇਕੱਠਾ ਕਰਨ ਵਾਲੇ, ਉਹਨਾਂ ਨੂੰ ਐਬੋਲਿਸ਼ ਕਰਤਾ, ਵੀ ਖਤਮ ਕਰਤਾ ਉਹਨਾਂ ਨੂੰ।
ਅੱਗੇ not only released land from the clutches of a class that had little interest in agriculture, it also reduced the capacity of the landlord to dominate politics। ਵੀ ਇਹਦੇ ਨਾਲ ਨਾ ਸਿਰਫ ਜਿਹੜੀ ਵੱਡੀ ਕਲਾਸ ਹੈਗੀ ਜਿਹੜੀ ਲੈਂਡ ਨੂੰ ਹੋਲਡ ਕਰਕੇ ਰੱਖਦੀ ਸੀਗੀ ਉਹਨਾਂ ਤੋਂ ਜ਼ਮੀਨ ਰਿਲੀਜ਼ ਕਰਵਾਈ ਗਈ, ਨਾ ਸਿਰਫ ਉਹਨਾਂ ਤੋਂ ਜ਼ਮੀਨ ਰਿਲੀਜ਼ ਕਰਵਾਈ ਗਈ ਸਗੋਂ ਵੀ ਉਹਨਾਂ ਤੋਂ ਜ਼ਮੀਨ ਰਿਲੀਜ਼ ਕਰਵਾਈ ਗਈ ਜਿਨ੍ਹਾਂ ਦਾ ਐਗਰੀਕਲਚਰ ਦੇ ਵਿੱਚ ਬਹੁਤ ਘੱਟ ਇੰਟਰਸਟ ਸੀਗਾ ਅਤੇ ਜ਼ਮੀਨ ਉਹਨਾਂ ਨੇ ਜ਼ਿਆਦਾ ਹੋਲਡ ਕਰਕੇ ਰੱਖੀ ਸੀ। ਸਗੋਂ ਇਹ ਲੈਂਡ ਲੋਡ ਦਾ ਜਿਹੜਾ ਪੋਲੀਟਿਕਸ ਦੇ ਉੱਤੇ ਡੋਮੀਨੇਟ ਸੀਗਾ ਉਹਨੂੰ ਵੀ ਘੱਟ ਕਰਨਾ ਇਹਦਾ ਮਤਲਬ ਸੀਗਾ ਲੈਂਡ ਰਿਫੋਰਮ ਦਾ। ਹਾਂਜੀ, ਪੋਲੀਟਿਕਸ ਦੇ ਵਿੱਚ ਲੈਂਡ ਲੋਡ ਦਾ ਬਹੁਤ ਜ਼ਿਆਦਾ ਹਸਤਖੇਪ ਸੀਗਾ ਜਾਂ ਉਹਨਾਂ ਦੇ ਹੱਥ ਵਿੱਚ ਬਹੁਤ ਜ਼ਿਆਦਾ ਪਾਵਰ ਸੀ, ਉਹਨੂੰ ਵੀ ਘੱਟ ਕਰਨ ਦੀ ਇੱਕ ਕੋਸ਼ਿਸ਼ ਸੀ ਲੈਂਡ ਰਿਫੋਰਮ। ਅੱਗੇ ਵੀ attempts at consolidation of the land, bringing small piece of land together in one place so that the farm size could become viable for agriculture। ਹਾਂਜੀ, ਇਸੇ ਨੂੰ ਚੱਕਬੰਦੀ ਕਹਿੰਦੇ ਸੀ। ਮੈਂ ਉਹੀ ਸਮਝਾ ਰਿਹਾ ਸੀ ਬੱਚਿਓ ਤੁਹਾਨੂੰ। ਜਿਵੇਂ ਮੰਨ ਲਓ ਵੀ ਆਹ ਵਿਚਕਾਰ ਦਾ ਹੀ ਰੋਡ ਲੰਘਿਆ ਵੀ ਇੱਧਰਲੇ ਪਾਸੇ ਏ ਦੀ ਜ਼ਮੀਨ ਵੀ ਹੈ, ਬੀ ਦੀ ਜ਼ਮੀਨ ਵੀ ਹੈ, ਇੱਧਰਲੇ ਪਾਸੇ ਏ ਦੀ ਜ਼ਮੀਨ ਵੀ ਹੈ, ਬੀ ਦੀ ਜ਼ਮੀਨ ਵੀ ਹੈ। ਤਾਂ ਜਦੋਂ ਇੱਕ ਪਰਸਨ ਕੰਮ ਕਰਨ ਆਊਗਾ ਪਹਿਲਾਂ ਇੱਧਰਲੇ ਪਾਸੇ ਆਊਗਾ, ਇੱਧਰ ਕੰਮ ਥੋੜ੍ਹਾ ਜਿਹਾ ਫਿਰ ਨਿਪਟਾ ਕੇ ਇੱਧਰਲੇ ਪਾਸੇ ਜਾਊਗਾ, ਫਿਰ ਇੱਧਰੋਂ ਥੋੜ੍ਹਾ ਜਿਹਾ ਕੰਮ ਕਰਕੇ ਫਿਰ ਇੱਧਰ ਆਊਗਾ। ਇਹਦੇ ਨਾਲ ਕੀ ਹੋ ਜਾਊਗਾ, ਉਹਦਾ ਸਮਾਂ ਵੀ ਬਰਬਾਦ ਹੋਊਗਾ ਅਤੇ ਉਹਦੀ ਜਿਹੜੀ ਪ੍ਰੋਡਕਸ਼ਨ ਹੈਗੀ ਐਗਰੀਕਲਚਰ ਦੀ ਉਹ ਵੀ ਰਿਡਿਊਸ ਹੋ ਜਾਊਗੀ, ਘੱਟ ਜਾਊਗੀ। ਅਤੇ ਦੋਨੇ ਆਪਸ ਦੇ ਵਿੱਚ ਇੱਕ ਐਗਰੀਮੈਂਟ ਕਰ ਲੈਣਗੇ, ਏ ਅਤੇ ਬੀ ਐਗਰੀਮੈਂਟ ਕਰ ਲੈਣਗੇ ਵੀ ਇੱਧਰਲੀ ਸਾਰੀ ਜ਼ਮੀਨ ਤੂੰ ਰੱਖ ਲਾ, ਏ ਨੂੰ ਬੋਲ ਦੂਗਾ, ਅਤੇ ਬੀ ਨੂੰ ਕਹਿ ਦੇਣਗੇ ਇੱਧਰਲੀ ਸਾਰੀ ਜ਼ਮੀਨ ਤੂੰ ਰੱਖ ਲਾ। ਇਹਨੂੰ ਬੋਲਿਆ ਜਾਂਦਾ ਹੈਗਾ ਚੱਕਬੰਦੀ। ਇਹਦੇ ਨਾਲ ਕੀ ਹੋ ਜਾਊਗਾ, ਫਾਰਮ ਦਾ ਸਾਈਜ਼ ਇਨਕਰੀਜ਼ ਹੋ ਜਾਊਗਾ, ਜ਼ਮੀਨ ਵੱਧ ਗਈ ਇੱਧਰਲੇ ਪਾਸੇ ਵੀ ਵੱਧ ਗਈ। ਇਹਦੇ ਨਾਲ ਜਿਹੜੀ ਉਹ ਸਿਰਫ ਏ ਨੇ ਇੱਥੇ ਆਉਣਾ, ਇੱਥੇ ਸਾਰਾ ਦਿਨ ਕੰਮ ਕਰਨਾ, ਬੀ ਨੇ ਇੱਥੇ ਆਉਣਾ, ਇੱਥੇ ਸਾਰਾ ਦਿਨ ਕੰਮ ਕਰਨਾ, ਤਾਂ ਇਹਦੇ ਨਾਲ ਕੀ ਹੋ ਜਾਊਗਾ, ਪ੍ਰੋਡਕਸ਼ਨ ਇਨਕਰੀਜ਼ ਹੋ ਜਾਊਗੀ। ਠੀਕ ਹੈ ਜੀ, ਇਹਨੂੰ ਚੱਕਬੰਦੀ, ਇਹ ਵੀ ਲੈਂਡ ਰਿਫੋਰਮ ਦਾ ਇੱਕ ਪਾਰਟ ਸੀਗਾ। ਅੱਗੇ ਵੱਧਦੇ ਆਪਾਂ। ਦਿਸ ਕੁਡ ਹੈਪਨ ਓਨਲੀ ਇਫ ਦਾ ਰੂਰਲ ਲੈਂਡਲੈਸ ਪੂਅਰ ਵਰ ਮੋਬਿਲਾਈਜ਼ਡ। ਇਹ ਕਹਿੰਦੇ ਇਹ ਉਹਦੀ ਵਾਪਰ ਸਕਦਾ ਸੀਗਾ ਵੀ ਜੇ ਰੂਰਲ ਲੈਂਡਲੈਸ ਜਿਹੜਾ ਪੇਂਡੂ ਇੱਕ ਭੂਮੀਹੀਨ ਗਰੀਬ ਹੈ ਉਹ ਮੋਬਿਲਾਈਜ਼ ਹੋਊਗਾ, ਹਟਾਇਆ ਜਾਊਗਾ ਉਹਨੂੰ ਉੱਥੋਂ। ਬਟ ਦਾ ਲੈਂਡ ਓਨਰਜ਼ ਵਰ ਵੈਰੀ ਪਾਵਰਫੁੱਲ ਐਂਡ ਵਿਲਡਡ ਕੰਸੀਡਰੇਬਲ ਪੋਲੀਟੀਕਲ ਇਨਫਲੂਐਂਸ। ਪਰ ਜਿਹੜਾ ਲੈਂਡ ਓਨਰ ਸੀਗਾ, ਜਿਹੜਾ ਜ਼ਮੀਨ ਦਾ ਮਾਲਕ ਸੀਗਾ, ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀਗਾ ਅਤੇ ਉਹਨੇ ਆਪਦਾ ਉਹਦੇ ਕੋਲ ਬਹੁਤ ਜ਼ਿਆਦਾ ਕੀ ਸੀਗੀ ਰਾਜਨੀਤਿਕ ਪ੍ਰਭਾਵ ਸੀਗਾ ਉਹਦੇ ਕੋਲ। ਮਤਲਬ ਕਿ ਉਹਨੇ ਜ਼ਮੀਨ ਛੱਡਣ ਵਾਸਤੇ ਕੋਈ ਕੁਛ ਨਹੀਂ ਕੀਤਾ ਹੋਣਾ, ਜ਼ਮੀਨ ਛੱਡੀ ਹੋਈ ਨਹੀਂ ਹੋਣੀ, ਇਹ ਗੱਲ ਲਿਖੀ ਗਈ ਇਹਦੇ 'ਚ। ਅੱਗੇ ਮੈਨੀ ਪ੍ਰਪੋਜ਼ਲਸ ਫਾਰ ਲੈਂਡ ਰਿਫੋਰਮਸ ਵਰ ਆਈਦਰ not translated into laws or when made into laws they remained only on paper। ਇਹ ਕਹਿੰਦੇ ਜਿਹੜੇ ਲੈਂਡ ਰਿਫੋਰਮ ਆ ਨਾ ਇਹਨਾਂ ਦੇ ਸਿਰਫ ਬਹੁਤ ਸਾਰੇ ਪ੍ਰਪੋਜ਼ਲ ਆ ਜਿਹੜੇ ਉਹ ਪ੍ਰਪੋਜ਼ਲ ਬਣ ਕੇ ਹੀ ਰਹਿ ਗਏ, ਉਹ ਲਾ ਦੇ ਵਿੱਚ ਟਰਾਂਸਲੇਟ ਨਹੀਂ ਹੋ ਸਕੇ, ਕਾਨੂੰਨ ਨਹੀਂ ਬਣ ਸਕੇ ਉਹ। ਅਤੇ ਉਹ ਜਿਹੜੇ ਇਹ ਭੂਮੀ ਸੁਧਾਰ ਹੋਏ ਹੈਗੇ ਇਹ ਸਿਰਫ ਪੇਪਰ ਦੇ ਉੱਤੇ ਹੋਏ ਹੈਗੇ, ਗਰਾਊਂਡ ਲੈਵਲ 'ਤੇ ਇਹ ਬਹੁਤ ਘੱਟ ਹੋਏ ਹੈਗੇ। ਠੀਕ ਹੈ ਜੀ, ਇਹ ਸੀ ਲੈਂਡ ਰਿਫੋਰਮ। ਅੱਗੇ ਵੱਧਦੇ ਹਾਂ ਵੀ। ਅਗਲਾ ਆ ਗਿਆ ਫੂਡ ਕ੍ਰਾਈਸਿਸ, ਭੋਜਨ ਸੰਕਟ। ਹਾਂਜੀ, ਬਿਟਵੀਨ 1965 ਐਂਡ 1967 ਸਵੇਅਰ ਡਰਾਊਟ ਅਕਰਡ ਇਨ ਮੈਨੀ ਪਾਰਟਸ ਆਫ ਦਾ ਕੰਟਰੀ। 65 ਤੋਂ 67 ਦੌਰਾਨ ਵੀ ਕਿਉਂਕਿ ਮੌਨਸੂਨ ਵੀਕ ਰਿਹਾ ਜਿਹਦੇ ਕਰਕੇ ਕੀ ਹੋ ਗਿਆ, ਕੰਟਰੀ ਦੇ ਕਈ ਹਿੱਸਿਆਂ ਦੇ ਵਿੱਚ ਕੀ ਹੋ ਗਿਆ, ਸੋਕਾ ਪੈ ਗਿਆ। ਅੱਗੇ ਦ ਕੰਟਰੀ ਫੇਸਡ 2 ਵਾਰਜ਼ ਐਜ ਏ ਰਿਜ਼ਲਟ ਇਨ ਏ ਸਵੇਅਰ ਫੂਡ ਸ਼ਾਰਟੇਜ ਐਂਡ ਫੈਮਾਈਨ ਲਾਈਕ ਕੰਡੀਸ਼ਨ ਇਨ ਮੈਨੀ ਪਾਰਟਸ ਆਫ ਦਾ ਕੰਟਰੀ। ਦੇਖੋ ਵੀ 1962 ਦੇ ਵਿੱਚ ਆਪਣੀ ਚਾਈਨਾ ਨਾਲ ਜੰਗ ਲੱਗ ਗਈ। 1965 ਦੇ ਵਿੱਚ ਫਿਰ ਆਪਣੀ ਪਾਕਿਸਤਾਨ ਨਾਲ ਜੰਗ ਲੱਗ ਗਈ। 62 ਵਾਲੀ ਜੰਗ ਦੇ ਵਿੱਚ ਇੰਡੀਆ ਹਾਰ ਗਿਆ। 65 ਵਾਲੀ ਜੰਗ ਦਾ ਕੋਈ ਨਤੀਜਾ ਨਿਕਲਿਆ ਨਹੀਂ ਸੀ, ਵੈਸੇ ਦੋਨੋਂ ਸੈਲੀਬਰੇਟ ਕਰਦੇ ਆ, ਇੰਡੀਆ ਵੀ ਸੈਲੀਬਰੇਟ ਕਰਦਾ 65 ਵਾਲੀ ਜੰਗ, ਅਤੇ ਪਾਕਿਸਤਾਨ ਵੀ ਸੈਲੀਬਰੇਟ ਕਰਦਾ ਵੀ ਅਸੀਂ ਜਿੱਤੇ ਸੀਗੇ। ਤਾਂ ਇਹਨਾਂ ਦੋਨਾਂ ਜੰਗਾਂ ਦੇ ਨਾਲ ਆਪਣਾ ਬਹੁਤ ਸਾਰਾ ਜਿਹੜਾ ਧਿਆਨ ਹੈ, ਬਹੁਤ ਸਾਰਾ ਪੈਸਾ ਹੈ, ਬਹੁਤ ਸਾਰੇ ਆਪਣੇ ਨੌਜਵਾਨ ਹੈ ਉਹ ਸ਼ਹੀਦੀਆਂ ਪਾ ਗਏ, ਜ਼ਖਮੀ ਹੋਏ, ਜਿਹਦੇ ਕਰਕੇ ਇੱਕ ਮੌਨਸੂਨ ਫੇਲ ਹੋ ਗਿਆ, ਜਿਹਦੇ ਕਰਕੇ ਆਪਣੀ ਐਗਰੀਕਲਚਰ ਦੀ ਪ੍ਰੋਡਕਸ਼ਨ ਘੱਟ ਗਈ ਅਤੇ ਆਪਾਂ ਨੂੰ ਫੂਡ ਸ਼ਾਰਟੇਜ ਹੋ ਗਈ। ਅੱਗੇ ਵੀ ਦਾ ਫੂਡ ਸ਼ਾਰਟੇਜ ਵਾਜ ਸਿਗਨੀਫਿਕੈਂਟ ਇਨ ਆਲ ਡਿਸਟ੍ਰਿਕਟ ਆਫ ਬਿਹਾਰ। ਜਿਹੜਾ ਭੋਜਨ ਦੀ ਕਮੀ ਦਾ ਸਭ ਤੋਂ ਵੱਡਾ ਪ੍ਰਭਾਵ ਪਿਆ ਉਹ ਬਿਹਾਰ ਦੇ ਸਾਰੇ ਜ਼ਿਲ੍ਹਿਆਂ 'ਤੇ ਪਿਆ। ਡੈਥ ਰੇਟ ਇਨ ਬਿਹਾਰ 1967 ਬਾਅਦ 34%। ਦੇਖੋ ਡੈਥ ਰੇਟ ਕਿੰਨਾ ਜ਼ਿਆਦਾ ਗਾ ਬਿਹਾਰ ਦੇ ਵਿੱਚ ਉਸ ਸਮੇਂ, 34% ਆਬਾਦੀ ਮਰ ਰਹੀ ਹੈ ਬਿਹਾਰ ਦੀ ਉਸ ਸਮੇਂ ਫੂਡ ਸ਼ਾਰਟੇਜ ਕਾਰਨ, ਅਕਾਲ ਪੈ ਗਿਆ ਵੀ ਉੱਥੇ। ਹਾਂਜੀ, ਦ ਗੌਰਮੈਂਟ ਹੈਡ ਟੂ ਇੰਪੋਰਟ ਵੀਟ ਐਂਡ ਹੈਡ ਟੂ ਐਕਸੈਪਟ ਫੋਰਨ ਏਡ ਮੇਨਲੀ ਫਰੋਮ ਦਾ US। ਤਾਂ ਸਰਕਾਰ ਨੂੰ ਕੀ ਕਰਨਾ ਪਿਆ, ਜਿਹੜੀ ਕਣਕ ਹੈ ਉਹ ਬਾਹਰੋਂ ਮੰਗਵਾਉਣੀ ਪਈ ਅਤੇ ਉਹਨਾਂ ਨੇ ਵਿਦੇਸ਼ੀ ਸਹਾਇਤਾ ਵੀ ਪ੍ਰਾਪਤ ਕੀਤੀ, ਮੇਨਲੀ ਫਰਾਮ USA ਤੋਂ ਉਹਨਾਂ ਨੇ ਸਹਾਇਤਾ ਪ੍ਰਾਪਤ ਕੀਤੀ। ਠੀਕ ਹੈ ਜੀ, ਅਤੇ ਫੂਡ ਸੰਕਟ ਵੀ ਆਪਾਂ ਝੱਲਿਆ ਗਾ। ਅੱਗੇ ਵੱਧਦੇ ਹਾਂ ਜੀ।
ਅੱਗੇ ਆ ਗਿਆ ਵੀ ਗ੍ਰੀਨ ਰੈਵੋਲੂਸ਼ਨ। ਪਹਿਲਾਂ ਬੱਚੋ ਗ੍ਰੀਨ ਰੈਵੋਲੂਸ਼ਨ ਸਮਝੋ, ਹਰੀ ਕ੍ਰਾਂਤੀ ਹੈ ਕੀ। ਦੇਖੋ ਬੱਚੋ, ਜਿਹੜਾ ਗ੍ਰੀਨ ਰੈਵੋਲੂਸ਼ਨ ਹੈ, ਹਰੀ ਕ੍ਰਾਂਤੀ ਹੈ, ਉਹਦਾ ਜਿਹੜਾ ਫਾਦਰ ਹੈ, ਇੰਡੀਅਨ ਫਾਦਰ ਤਾਂ ਹੈਗਾ MS ਸਵਾਮੀਨਾਥਨ। ਵੈਸੇ MS ਸਵਾਮੀਨਾਥਨ ਦੀ ਵੀ ਮੌਤ ਹੋ ਗਈ ਵੀ 2023 ਦੇ ਵਿੱਚ। ਅਤੇ MS ਸਵਾਮੀਨਾਥਨ ਇੰਡੀਆ ਦੇ ਵਿੱਚ ਐਗਰੀਕਲਚਰ ਪ੍ਰੋਡਕਸ਼ਨ ਦੇ ਵਿੱਚ ਰੈਵੋਲੂਸ਼ਨਰੀ ਚੇਂਜ ਲੈ ਕੇ ਆਇਆ, ਉਸ ਨੂੰ ਬੋਲਿਆ ਜਾਂਦਾ ਗ੍ਰੀਨ ਰੈਵੋਲੂਸ਼ਨ। ਸਪੈਸ਼ਲੀ ਇਨ ਦਾ ਫੂਡ ਗ੍ਰੇਨ, ਜਿਵੇਂ ਵੀਟ ਔਰ ਰਾਈਸ। ਵੀ ਵੀਟ ਅਤੇ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਬਹੁਤ ਹੀ ਡਰਾਮੈਟੀਕਲ ਚੇਂਜ ਆ ਗਈ, ਬਹੁਤ ਵੱਡੀ ਪੱਧਰ 'ਤੇ ਉਹਦੇ ਪ੍ਰੋਡਕਸ਼ਨ 'ਚ ਵਾਧਾ ਹੋਇਆ, ਉਸੇ ਨੂੰ ਗ੍ਰੀਨ ਰੈਵੋਲੂਸ਼ਨ ਬੋਲਿਆ ਜਾਂਦਾ ਹੈਗਾ। ਦੁਨੀਆ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਿਆਉਣ ਵਾਲਾ ਹੈਗਾ ਸੀਗਾ ਨੋਰਮਨ ਬੋਰਲੌਗ, ਉਹ ਸੀਗਾ USA ਦਾ ਵੀ। ਇਹ ਤੁਸੀਂ ਧਿਆਨ ਰੱਖਣਾ ਗਾ। ਗ੍ਰੀਨ ਰੈਵੋਲੂਸ਼ਨ ਕਿਵੇਂ ਆਇਆ ਵੀ, ਗ੍ਰੀਨ ਰੈਵੋਲੂਸ਼ਨ ਪਹਿਲਾਂ ਜਿਹੜੀਆਂ ਆਪਾਂ ਕਣਕ ਦੇ ਬੀਜ ਯੂਜ਼ ਕਰਦੇ ਸੀਗੇ, ਉਹ ਘਟੀਆ ਕਿਸਮ ਦੇ ਸੀਗੇ। ਆਪਾਂ ਵਧੀਆ ਕਿਸਮ ਦੇ ਬੀਜ ਇੰਪੋਰਟ ਕਰੇ USA ਤੋਂ। ਫਿਰ ਆਪਾਂ ਕੀਟਨਾਸ਼ਕ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਵੀ ਕੀਤੀ, ਫੰਗੀਸਾਈਡ ਦੀ ਵਰਤੋਂ ਵੀ ਕੀਤੀ, ਉੱਲੀ ਨਾਸ਼ਕਾਂ ਦੀ, ਜਿਹੜਾ ਉਹਨੇ ਬਿਮਾਰੀਆਂ 'ਤੇ ਕੰਟਰੋਲ ਹੋ ਗਿਆ। ਇਸ ਤੋਂ ਇਲਾਵਾ ਆਪਾਂ ਪਹਿਲਾਂ ਵਰਖਾ 'ਤੇ ਨਿਰਭਰ ਸੀ ਪੂਰੀ ਤਰ੍ਹਾਂ। ਆਪਾਂ ਇਰੀਗੇਸ਼ਨ ਦੀਆਂ ਨਵੀਆਂ ਨਵੀਆਂ ਟੈਕਨੀਕਸ ਯੂਜ਼ ਕੀਤੀਆਂ, ਜਿਵੇਂ ਆਪਾਂ ਬੋਰਵੈਲ ਯੂਜ਼ ਕੀਤੇ, ਟਿਊਬਵੈਲ ਯੂਜ਼ ਕੀਤੇ। ਇਸ ਤੋਂ ਇਲਾਵਾ ਆਪਾਂ ਨਹਿਰਾਂ ਰਾਹੀਂ ਪਾਣੀ ਲਾਉਣਾ ਸ਼ੁਰੂ ਕੀਤਾ, ਪੱਕੇ ਖਾਲਿਆਂ ਰਾਹੀਂ ਪਾਣੀ ਸ਼ੁਰੂ ਕੀਤਾ। ਦੂਸਰਾ, ਆਪਾਂ ਫਰਟੀਲਾਈਜ਼ਰ, ਕੈਮੀਕਲ ਫਰਟੀਲਾਈਜ਼ਰ ਵੀ ਯੂਜ਼ ਕੀਤੇ ਫਸਲਾਂ ਦੇ ਵਾਧੇ ਵਾਸਤੇ। ਫਿਰ ਆਪਾਂ ਵਧੀਆ ਸਟੋਰ, ਜਿੱਥੇ ਕਣਕ ਨੂੰ ਸਟੋਰ ਰੱਖਿਆ ਜਾ ਸਕਦਾ ਗਾ, ਇਹ ਸਾਰੀਆਂ ਟੈਕਨੀਕਸ ਲਾ ਕੇ ਆਪਾਂ ਕਣਕ ਦੇ ਉਤਪਾਦਨ ਵਿੱਚ ਬਹੁਤ ਵੱਡਾ ਵਾਧਾ ਕਰ ਲਿਆ। ਇਸੇ ਨੂੰ ਬੋਲਿਆ ਜਾਂਦਾ ਗਾ ਗ੍ਰੀਨ ਰੈਵੋਲੂਸ਼ਨ। ਠੀਕ ਹੈ ਜੀ, ਇਹ ਸੀਗਾ ਗ੍ਰੀਨ ਰੈਵੋਲੂਸ਼ਨ। ਦੇਖਦੇ ਆਪਾਂ, ਪੜ੍ਹਦੇ ਹਾਂ ਇਹਨੂੰ। ਹਾਂਜੀ, ਫਾਦਰ ਆਫ ਦਾ ਗ੍ਰੀਨ ਰੈਵੋਲੂਸ਼ਨ ਇਨ ਇੰਡੀਆ ਇਜ਼ MS ਸਵਾਮੀਨਾਥਨ। ਜਿਹੜਾ ਭਾਰਤ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦਾ ਪਿਤਾ ਹੈਗਾ, ਉਹ ਕੌਣ ਹੈਗਾ? MS ਸਵਾਮੀਨਾਥਨ। ਇਹ ਤਾਮਿਲਨਾਡੂ ਦੇ ਰਹਿਣ ਵਾਲੇ ਸੀਗੇ ਇਹ। ਹਾਂਜੀ, ਅੱਗੇ ਹੈ ਗ੍ਰੀਨ ਰੈਵੋਲੂਸ਼ਨ ਵਾਜ ਇੰਟਰੋਡਿਊਸ ਟੂ ਬਰਿੰਗ ਅਬਾਊਟ ਰੈਵੋਲੂਸ਼ਨਰੀ ਚੇਂਜਸ ਇਨ ਦਾ ਐਗਰੀਕਲਚਰ, ਸਪੈਸ਼ਲੀ ਇਨ ਫੂਡ ਗ੍ਰੇਨਸ ਲਾਈਕ ਵੀਟ ਐਂਡ ਰਾਈਸ ਟੂ ਇਨਕਰੀਜ਼ ਪ੍ਰੋਡਕਸ਼ਨ। ਹਾਂਜੀ, ਤਾਂ ਗ੍ਰੀਨ ਰੈਵੋਲੂਸ਼ਨ ਕਿਵੇਂ ਇੰਟਰੋਡਿਊਸ ਕਰਦੇ ਆਪਾਂ ਵੀ ਇਹਨਾਂ ਨੇ ਕੀ ਆ, ਬਹੁਤ ਵੱਡੀ ਕ੍ਰਾਂਤੀਕਾਰੀ ਚੇਂਜ ਲਿਆਂਦੀ ਐਗਰੀਕਲਚਰ ਦੇ ਵਿੱਚ, ਸਪੈਸ਼ਲੀ ਫੂਡ ਗ੍ਰੇਨ ਦੇ ਵਿੱਚ। ਕਣਕ ਅਤੇ ਝੋਨੇ ਦੇ, ਕਣਕ ਅਤੇ ਚਾਵਲ ਦੇ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਬਹੁਤ ਵੱਡਾ ਵਾਧਾ ਹੋਇਆ, ਉਸੇ ਰੈਵੋਲੂਸ਼ਨਰੀ ਚੇਂਜ ਨੂੰ ਬੋਲਿਆ ਜਾਂਦਾ ਹੈਗਾ ਗ੍ਰੀਨ ਰੈਵੋਲੂਸ਼ਨ। ਅੱਗੇ ਵੀ ਪ੍ਰੋਡਕਸ਼ਨ ਵਾਜ ਇਨਕਰੀਜ਼ਡ ਬਾਈ ਦਾ ਯੂਜ਼ ਆਫ ਹਾਈ ਯੀਲਡਿੰਗ ਵਰਾਇਟੀ ਆਫ ਸੀਡਸ, ਸਾਇੰਟੀਫਿਕ ਇਰੀਗੇਸ਼ਨ ਐਂਡ ਫਰਟੀਲਾਈਜ਼ਰ ਵਰ ਆਲਸੋ ਅਪਲਾਈਡ। ਤਾਂ ਇਹ ਪ੍ਰੋਡਕਸ਼ਨ ਇਨਕਰੀਜ਼ ਕਿਉਂ ਹੋਈ? ਕਿਉਂਕਿ ਆਪਾਂ ਵਧੀਆ ਕੁਆਲਿਟੀ ਦੇ ਬੀਜ ਯੂਜ਼ ਕੀਤੇ, ਅਤੇ ਸਾਇੰਟੀਫਿਕ ਇਰੀਗੇਸ਼ਨ ਯੂਜ਼ ਕੀਤੀ, ਅਤੇ ਆਪਾਂ ਫਰਟੀਲਾਈਜ਼ਰ ਯੂਜ਼ ਕੀਤੇ। ਇਹਨਾਂ ਕਰਕੇ ਇਹ ਪ੍ਰੋਡਕਸ਼ਨ ਇਨਕਰੀਜ਼ ਹੋਈ। ਠੀਕ ਹੈ ਜੀ। ਹੁਣ ਇਹਦੀਆਂ ਕੁਝ ਮੈਰਿਟ ਨੇ ਗ੍ਰੀਨ ਰੈਵੋਲੂਸ਼ਨ ਦੇ, ਕੁਝ ਡੀਮੈਰਿਟਸ ਨੇ। ਮੈਰਿਟ ਮਤਲਬ ਇਹਦੇ ਕੀ ਫਾਇਦੇ ਹੋਣਗੇ ਬੱਚੇ, ਤੁਸੀਂ ਕੁਝ ਤਾਂ ਆਪਣੇ ਕੋਲੋਂ ਲਿਖ ਸਕਦੇ ਹੋ, ਜਿਵੇਂ ਕਿ ਜਿਹੜੀ ਰੂਰਲ ਪੀਜ਼ੈਂਟ ਹੈ, ਉਹਦੀ ਇਨਕਮ ਇਨਕਰੀਜ਼ ਹੋ ਗਈ। ਹੋਰ ਹੋਰ ਤੁਸੀਂ ਲਿਖ ਸਕਦੇ ਹੋਗੇ ਵੀ ਜਿਹੜਾ ਦੇਸ਼ ਦੇ ਵਿੱਚ ਫੂਡ ਕ੍ਰਾਈਸਿਸ ਸੀ, ਉਹ ਖਤਮ ਹੋ ਗਿਆ। ਆਪਾਂ ਬਹੁਤ ਸਾਰੀ ਜਿਹੜੀ ਵਾਧੂ ਕਣਕ ਸੀਗੀ ਜਾਂ ਝੋਨਾ ਸੀਗਾ, ਉਹਨੂੰ ਆਪਾਂ ਦੇਸ਼ ਤੋਂ ਬਾਹਰ ਐਕਸਪੋਰਟ ਕੀਤਾ, ਉਹਦੇ ਨਾਲ ਦੇਸ਼ ਦੀ ਇਨਕਮ ਇਨਕਰੀਜ਼ ਹੋਊਗੀ। ਹਾਂਜੀ, ਇਹਦੇ ਫਾਇਦੇ ਹੋਏ ਆ ਇਹ। ਅਤੇ ਇਹਦੇ ਨੁਕਸਾਨ ਕੀ ਹੋਏ? ਨੁਕਸਾਨ ਇਹ ਹੋਏ ਵੀ ਆਪਣੀ ਜਿਹੜੀ ਧਰਤੀ ਦੀ, ਇਹ ਆਪਣੇ ਕੋਲ ਲਿਖ ਸਕਦੇ ਹੋਗੇ ਵੀ ਧਰਤੀ ਦੇ ਜਿਹੜੇ ਆਪਣੀ ਉਪਜਾਊ ਸ਼ਕਤੀ ਹੈਗੀ, ਫਰਟੀਲਿਟੀ ਆ, ਉਹ ਡੀਗਰੇਡ ਹੋ ਗਈ, ਘੱਟ ਗਈ ਉਹ। ਇਸ ਤੋਂ ਇਲਾਵਾ ਵੱਡੀ ਪੱਧਰ 'ਤੇ ਆਪਾਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕੀਤੇ, ਇਨਸੈਕਟੀਸਾਈਡ, ਫੰਗੀਸਾਈਡ ਯੂਜ਼ ਕੀਤੇ, ਉਹਦੇ ਨਾਲ ਕੀ ਹੋ ਗਈ, ਆਪਣਾ ਜਿਹੜਾ ਇਨਵਾਇਰਮੈਂਟ ਆ ਉਹ ਡੀਗਰੇਡ ਹੋ ਗਿਆ। ਜਿਹੜਾ ਆਪਣਾ ਵਾਟਰ ਲੈਵਲ ਸੀਗਾ, ਉਹ ਆਪਣਾ ਰਿਡਿਊਸ ਹੋ ਗਿਆ, ਘੱਟ ਗਿਆ, ਨੀਵਾਂ ਚਲਾ ਗਿਆ। ਇਸ ਤਰ੍ਹਾਂ। ਅਤੇ ਇੱਕ ਇਹ ਜਿਹੜਾ ਗ੍ਰੀਨ ਰੈਵੋਲੂਸ਼ਨ ਵਾਪਰਿਆ, ਇਹ ਸਿਰਫ ਕੁਝ ਕੁ ਸਟੇਟਾਂ 'ਚ ਵਾਪਰਿਆ, ਜਿਵੇਂ ਕਿ ਪੰਜਾਬ, ਹਰਿਆਣਾ, ਵੈਸਟਰਨ UP, ਰਾਜਸਥਾਨ। ਇੱਥੇ ਹੀ ਜਿਹੜਾ ਗ੍ਰੀਨ ਰੈਵੋਲੂਸ਼ਨ ਦੇਖਿਆ ਗਿਆ। ਬਾਕੀ ਸਟੇਟਾਂ ਦੇ ਵਿੱਚ ਇਹਦਾ ਜ਼ਿਆਦਾ ਪ੍ਰਭਾਵ ਨਹੀਂ ਪਿਆ। ਇਹਦੇ ਨਾਲ ਕੀ ਹੋ ਗਿਆ, ਪੋਲਰਾਈਜੇਸ਼ਨ ਹੋ ਗਿਆ ਸਟੇਟਸ ਦਾ। ਇਹ ਸਟੇਟਾਂ ਐਗਰੀਕਲਚਰ ਤੌਰ 'ਤੇ ਐਡਵਾਂਸ ਹੋ ਗਈਆਂ, ਅਤੇ ਦੂਜੀਆਂ ਸਟੇਟਾਂ ਐਗਰੀਕਲਚਰ ਤੌਰ 'ਤੇ ਪਛੜ ਗਈਆਂ, ਬੈਕਵਰਡ ਰਹਿ ਗਈਆਂ ਉਹ। ਠੀਕ ਹੈ ਜੀ। ਚਲੋ ਦੇਖਦੇ ਹਾਂ ਹੁਣ ਆਪਾਂ, ਇਹ ਤੁਸੀਂ ਕੋਲੋਂ ਲਿਖ ਸਕਦੇ ਹੋ, ਇਹ ਬਹੁਤ ਸੌਖੇ ਪੁਆਇੰਟ ਸੀਗੇ। ਹਾਂਜੀ, ਇਹਦੇ ਨਾਲ ਤੁਹਾਡੇ ਨੰਬਰ ਚੰਗੇ ਆਉਣਗੇ ਜੇ ਐਂ ਲਿਖੋਗੇ ਤੁਸੀਂ। ਜ਼ਿਆਦਾ ਤੋਂ ਜ਼ਿਆਦਾ ਪੁਆਇੰਟ ਨਾ ਆਪਣੇ ਆਪ ਲਿਖਣੇ ਚਾਹੀਦੇ ਹੈਗੇ, ਇਹਦੇ ਨਾਲ ਤੁਹਾਡੇ ਨੰਬਰ ਇਨਕਰੀਜ਼ ਹੁੰਦੇ ਹੈਗੇ। ਹਾਂਜੀ, ਪਹਿਲਾਂ ਲਿਖਿਆ ਵੀ ਮੈਰਿਟਸ ਆਫ ਦਾ ਗ੍ਰੀਨ ਰੈਵੋਲੂਸ਼ਨ। ਪਹਿਲਾ ਪੁਆਇੰਟ ਹੈ ਦਾ ਗਵਰਨਮੈਂਟ ਆਫਰਡ ਵੇਰੀਅਸ ਇਰੀਗੇਸ਼ਨ ਫੈਸਿਲਿਟੀ ਐਟ ਦਾ ਸਬਸਿਡਾਈਜ਼ ਪ੍ਰਾਈਸਿਸ। ਪਹਿਲਾਂ ਤਾਂ ਸਰਕਾਰ ਨੇ ਨਾ ਇਰੀਗੇਸ਼ਨ ਫੈਸਿਲਿਟੀ ਵਾਸਤੇ ਸਬਸਿਡੀ ਪ੍ਰਾਈਸ 'ਤੇ ਇਹ ਔਫਰ ਕੀਤਾ ਵੀ ਜਿਵੇਂ ਕਿਸੇ ਨੇ ਟਿਊਬਵੈੱਲ ਲਗਵਾਉਣਾ ਗਾ, ਤਾਂ ਉਹ ਸਬਸਿਡੀ ਪ੍ਰਾਈਸ 'ਤੇ ਤੁਹਾਨੂੰ ਟਿਊਬਵੈੱਲ ਲਗਵਾ ਦਿੱਤਾ ਜਾਊਗਾ। ਜੇ ਤੁਸੀਂ ਪੱਕਾ ਖਾਲਾ ਬਣਾਉਣਾ ਗਾ, ਪੱਕਾ ਖਾਲਾ ਵਿੱਚ ਸਰਕਾਰ ਬਹੁਤ ਜ਼ਿਆਦਾ ਸਹਾਇਤਾ ਦੇ ਦਊਗੀ।
ਤੁਹਾਨੂੰ ਇੱਕ ਕਿਸਾਨ ਨੂੰ ਥੋੜ੍ਹੇ ਜਿਹੇ ਪੈਸੇ ਹੀ ਆਪਣੇ ਕੋਲੋਂ ਪਾਉਣੇ ਪੈਣਗੇ ਤਾਂ ਉਹਦਾ ਪੱਕਾ ਖਾਲਾ ਬਣ ਜਾਊਗਾ। ਇਸ ਤਰ੍ਹਾਂ ਅੱਗੇ ਵੀ ਇਟ ਰਿਜ਼ਲਟਡ ਇਨ ਦਾ ਰਾਈਜ਼ ਆਫ ਮਿਡਲ ਪੀਜ਼ੈਂਟ ਸੈਕਸ਼ਨ ਹੂ ਸੂਨ ਇਮਰਜਡ ਪੋਲੀਟੀਕਲੀ ਇਨਫਲੂਐਂਸ਼ੀਅਲ। ਹੁਣ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹਦੇ ਵਿੱਚ ਨਾ ਇੱਕ ਕਿਸਾਨਾਂ ਦਾ ਤਬਕਾ ਤਿਆਰ ਹੋਊਗਾ ਵਿਚਕਾਰਲਾ। ਇਹਦੇ ਨਾਲ ਉਹਨਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲਣ ਕਰਕੇ ਉਹਨਾਂ ਦੀ ਇਨਕਮ ਇਨਕਰੀਜ਼ ਹੋ ਗਈ। ਰੂਰਲ ਪੀਜ਼ੈਂਟ ਦੀ ਵੀ ਇਨਕਮ ਇਨਕਰੀਜ਼ ਹੋ ਗਈ। ਉਹ ਇਨਕਮ ਇਨਕਰੀਜ਼ ਹੋਣ ਦੇ ਨਾਲ ਇੱਕ ਮਿਡਲ ਪੀਜ਼ੈਂਟ ਸੈਕਸ਼ਨ ਉੱਭਰ ਕੇ ਸਾਹਮਣੇ ਆਇਆ ਅਤੇ ਉਹ ਪੋਲੀਟੀਕਲੀ ਵੀ ਪ੍ਰਭਾਵਸ਼ਾਲੀ ਬਣ ਗਿਆ। ਠੀਕ ਹੈ ਜੀ। ਬਾਕੀ ਪੁਆਇੰਟ ਜਿਹੜੇ ਮੈਂ ਆਪਣੇ ਕੋਲੋਂ ਦੱਸੇ ਤੁਸੀਂ ਐਡ ਕਰ ਦਿਓ, ਜਿਵੇਂ ਕਿ ਰੂਰਲ ਪੀਜ਼ੈਂਟ ਦੀ ਇਨਕਮ ਇਨਕਰੀਜ਼ ਹੋ ਗਈ। ਹੋਰ ਤੁਸੀਂ ਲਿਖ ਸਕਦੇ ਹੋਗੇ ਵੀ ਜਿਹੜਾ ਦੇਸ਼ ਦੇ ਵਿੱਚ ਆਪਣੀ ਫੂਡ ਕ੍ਰਾਈਸਿਸ ਸੀ ਉਹ ਖਤਮ ਹੋ ਗਿਆ। ਹੋਰ ਤੁਸੀਂ ਲਿਖ ਸਕਦੇ ਹੋ ਵੀ ਵਾਧੂ ਜਿਹੜਾ ਭੋਜਨ ਹੈਗਾ ਉਹ ਬਾਹਰਲੇ ਪਾਸੇ ਐਕਸਪੋਰਟ ਵੀ ਕਰਤਾ। ਇਹ ਲਿਖ ਸਕਦੇ ਹੋ ਤੁਸੀਂ। ਡੀਮੈਰਿਟ ਕੀ ਹੋਏ ਵੀ ਇਹਦੇ ਡੀਮੈਰਿਟਸ ਆਫ ਦਾ ਗ੍ਰੀਨ ਰੈਵੋਲਿਊਸ਼ਨ, ਨੁਕਸਾਨ ਕੀ ਹੋਏ। ਦਿਸ ਕ੍ਰੀਏਟਡ ਏ ਸਟਾਰ ਕੰਟਰਾਸਟ ਬਿਟਵੀਨ ਦਾ ਪੂਅਰ ਪੀਜ਼ੈਂਟਰੀ ਐਂਡ ਦਾ ਲੈਂਡਲੋਰਡਸ। ਇਹਨੇ ਨਾ ਇੱਕ ਗੈਪ ਪੈਦਾ ਕਰਤਾ, ਇੱਕ ਵਿਰੋਧ ਭਾਸ਼ ਪੈਦਾ ਕਰਤਾ ਇੱਕ ਅਮੀਰ ਕਿਸਾਨ ਅਤੇ ਗਰੀਬ ਕਿਸਾਨ ਦੇ ਵਿੱਚ ਇੱਕ ਵਿਰੋਧ ਭਾਸ਼ ਪੈਦਾ ਕਰਤਾ, ਇੱਕ ਖਾਈ ਪੈਦਾ ਕਰਤੀ ਐਂ ਕਹਿ ਸਕਦੇ ਹੋ। ਅੱਗੇ ਵੀ ਇਟ ਇਨਕਰੀਡ ਪੋਲਰਾਈਜੇਸ਼ਨ ਬਿਟਵੀਨ ਦਾ ਕਲਾਸਿਸ ਐਂਡ ਰੀਜਨ ਲਾਈਕ ਨੌਰਥ ਸਟੇਟਸ ਲਾਈਕ ਪੰਜਾਬ, ਹਰਿਆਣਾ, ਵੈਸਟ ਬੰਗਾਲ ਐਂਡ ਵੈਸਟਰਨ ਯੂਪੀ ਐਂਡ ਸਦਰਨ ਸਟੇਟਸ। ਇਹਨੇ ਕੀ ਕਰਤਾ ਵੀ ਭਾਰਤ ਦੀਆਂ ਵਿੱਚ ਕਲਾਸਿਸ ਦੇ ਵਿੱਚ ਅਤੇ ਖੇਤਰ ਦੇ ਵਿੱਚ ਇੱਕ ਪੋਲਰਾਈਜੇਸ਼ਨ, ਇੱਕ ਧਰੂਵੀਕਰਨ ਕਰਤਾ। ਜਿਵੇਂ ਕਿ ਉੱਤਰੀ ਸਟੇਟਾਂ ਪੰਜਾਬ, ਹਰਿਆਣਾ, ਵੈਸਟ ਬੰਗਾਲ, ਯੂਪੀ, ਵੈਸਟਰਨ ਯੂਪੀ ਵਰਗੀਆਂ ਸਟੇਟਾਂ ਤਾਂ ਅੱਗੇ ਲੰਘ ਗਈਆਂ ਅਤੇ ਸਦਰਨ ਸਟੇਟਾਂ 'ਚ ਆਪਾਂ ਕਹਿੰਦੇ ਨੌਰਥ ਈਸਟ ਸਟੇਟਾਂ ਉਹ ਐਗਰੀਕਲਚਰ ਦੇ ਪੱਖੋਂ ਪਿੱਛੇ ਰਹਿ ਗਈਆਂ। ਠੀਕ ਹੈ ਜੀ। ਇਹਦੇ ਨੁਕਸਾਨ ਹੋਏ। ਹੋਰ ਨੁਕਸਾਨ ਤੁਸੀਂ ਕੋਲੋਂ ਲਿਖ ਸਕਦੇ ਹੋ, ਜਿਵੇਂ ਕਿ ਆਪਣਾ ਜਿਹੜਾ ਐਨਵਾਇਰਮੈਂਟ ਆ ਉਹ ਡੀਗਰੇਡ ਹੋ ਗਿਆ, ਜਿਹੜਾ ਵਾਟਰ ਲੈਵਲ ਆ ਉਹ ਡਿਕਰੀਜ਼ ਹੋ ਗਿਆ। ਹੋਰ ਤੁਸੀਂ ਲਿਖ ਸਕਦੇ ਹੋ ਜਿਵੇਂ ਆਪਣਾ ਜਿਹੜੀ ਫਰਟੀਲਿਟੀ ਹੈ ਉਹ ਕੀ ਹੋ ਗਈ, ਲੂਜ਼ ਹੋ ਗਈ, ਫਰਟੀਲਿਟੀ ਘੱਟ ਗਈ ਜ਼ਮੀਨ ਦੀ। ਇਹ ਲਿਖ ਸਕਦੇ ਹੋ। ਹਾਂਜੀ ਬੱਚੋ, ਅੱਗੇ ਆ ਗਿਆ ਵੀ ਆਪਣਾ ਵਾਈਟ ਰੈਵੋਲੂਸ਼ਨ, ਦਾ ਵਾਈਟ ਰੈਵੋਲੂਸ਼ਨ, ਚਿੱਟੀ ਕ੍ਰਾਂਤੀ। ਵਾਈਟ ਰੈਵੋਲੂਸ਼ਨ ਨੂੰ ਓਪਰੇਸ਼ਨ ਫਲੱਡ ਵੀ ਬੋਲਿਆ ਜਾਂਦਾ ਵੀ। ਓਪਰੇਸ਼ਨ ਫਲੱਡ ਦੇ ਵਿੱਚ ਮਿਲਕ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਬਹੁਤ ਵੱਡੀ ਪੱਧਰ 'ਤੇ ਵੱਧ ਗਈ ਸੀਗੀ, ਇਸੇ ਨੂੰ ਵਾਈਟ ਰੈਵੋਲੂਸ਼ਨ ਬੋਲਿਆ ਜਾਂਦਾ ਹੈਗਾ ਅਤੇ ਓਪਰੇਸ਼ਨ ਫਲੱਡ ਬੋਲਿਆ ਜਾਂਦਾ। ਹਾਂਜੀ, ਪਹਿਲਾ ਪੁਆਇੰਟ ਹੈ ਦ ਵਰਗੀਸ ਕੁਰੀਅਨ ਨਿਕ ਨੇਮਡ ਦਾ ਮਿਲਕ ਮੈਨ ਆਫ ਇੰਡੀਆ। ਜਿਹੜੇ ਵਰਗੀਸ ਕੁਰੀਅਨ ਸੀਗੇ ਵੀ ਇਹੀ ਵਾਈਟ ਰੈਵੋਲੂਸ਼ਨ ਦੇ ਫਾਦਰ ਸੀਗੇ। ਇਹ ਵੀ ਯਾਦ ਰੱਖਣਾ, ਛੋਟਾ ਸਵਾਲ ਆ ਸਕਦਾ ਤੁਹਾਨੂੰ। ਅਤੇ ਇਹਨਾਂ ਨੂੰ ਮਿਲਕ ਮੈਨ ਆਫ ਇੰਡੀਆ ਕਿਹਾ ਜਾਂਦਾ ਹੈਗਾ। ਹਾਂਜੀ, ਹੀ ਲੌਂਚਡ ਅਮੁੱਲ ਕੰਪਨੀ। ਇਹਨਾਂ ਨੇ ਇੱਕ ਅਮੁੱਲ ਕੰਪਨੀ ਲਾਂਚ ਕੀਤੀ ਸੀਗੀ ਵਰਗੀਸ ਕੁਰੀਅਨ ਜੀ ਨੇ। ਅੱਗੇ ਇਨ ਆਨੰਦ, ਇਨ ਆਨੰਦ ਏ ਟਾਊਨ ਇਨ ਗੁਜਰਾਤ ਅਮੁੱਲ ਇਜ਼ ਏ ਡਾਇਰੀ ਕੋਆਪਰੇਟਿਵ ਮੂਵਮੈਂਟ ਜੁਆਇੰਡ ਬਾਏ ਅਬਾਊਟ 25 ਲੱਖ ਮਿਲਕ ਪ੍ਰੋਡਿਊਸਰਜ਼ ਇਨ ਗੁਜਰਾਤ। ਦੇਖੋ ਜਿਹੜੀ ਇਹਨਾਂ ਨੇ ਨਾ ਆਨੰਦ ਟਾਊਨ ਦੇ ਵਿੱਚ, ਗੁਜਰਾਤ ਦੇ ਵਿੱਚ ਇੱਕ ਟਾਊਨ ਹੈ ਆਨੰਦ, ਉਹਦੇ ਵਿੱਚ ਇੱਕ ਅਮੁੱਲ ਕੋਆਪਰੇਟਿਵ ਡਾਇਰੀ ਕੋਆਪਰੇਟਿਵ ਮੂਵਮੈਂਟ ਚਲਾਈ ਸੀਗੀ। ਕੋਆਪਰੇਸ਼ਨ ਦਾ ਮਤਲਬ ਹੁੰਦਾ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਕੋਈ ਕੰਪਨੀ ਬਣਾਉਂਦੇ ਆ, ਉਹਨੂੰ ਕੋਆਪਰੇਸ਼ਨ ਬੋਲਦੇ ਹੈਗੇ। ਅਤੇ ਇਹ ਇੱਕ ਕੋਆਪਰੇਟਿਵ ਮੂਵਮੈਂਟ ਸੀ। ਇਹਦੇ 'ਚ 25 ਲੱਖ ਮਿਲਕ ਪ੍ਰੋਡਿਊਸਰਾਂ ਨੇ ਜੁਆਇਨ ਕਰਿਆ ਸੀ ਇਸ ਚੀਜ਼ ਨੂੰ, ਗੁਜਰਾਤ ਦੇ ਵਿੱਚ। ਹਾਂਜੀ, ਦਾ ਅਮੁੱਲ ਪੈਟਰਨ ਬਿਕੇਮ ਏ ਯੂਨੀਕਲੀ ਅਪਰੋਪਰੀਏਟ ਮਾਡਲ ਫਾਰ ਰੂਰਲ ਡਿਵੈਲਪਮੈਂਟ ਐਂਡ ਪਾਵਰਟੀ ਰਿਫੋਰਮ। ਜਿਹੜਾ ਅਮੁੱਲ ਵਾਲਾ ਪੈਟਰਨ ਸੀਗਾ ਨਾ, ਇਹ ਇੱਕ ਵੱਖਰਾ ਮਾਡਲ ਸੀਗਾ ਵੀ ਜਿਹਨੇ ਰੂਰਲ ਡਿਵੈਲਪਮੈਂਟ ਲਿਆਂਦੀ ਅਤੇ ਪਾਵਰਟੀ ਸੁਧਾਰ ਲਿਆਂਦਾ, ਪਾਵਰਟੀ ਘਟਾਈ। ਹਾਂਜੀ, ਇਹ ਬਹੁਤ ਹੀ ਯੂਨੀਕਲੀ ਇੱਕ ਮਾਡਲ ਸੀਗਾ। ਅੱਗੇ ਵੀ ਇਨ 1970 ਦਾ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਕਾਲਡ ਓਪਰੇਸ਼ਨ ਫਲੱਡ ਵਾਜ ਸਟਾਰਟਡ। 1970 ਦੇ ਵਿੱਚ ਪੇਂਡੂ ਵਿਕਾਸ ਪ੍ਰੋਗਰਾਮ ਨੂੰ ਓਪਰੇਸ਼ਨ ਫਲੱਡ ਦਾ ਨਾਮ ਦਿੱਤਾ ਗਿਆ ਵੀ ਉਹ ਸਟਾਰਟ ਕਰਤਾ ਸੀ। ਠੀਕ ਹੈ ਜੀ। ਇਹ ਸੀਗਾ ਵਾਈਟ ਰੈਵੋਲੂਸ਼ਨ। ਇਹਦੇ ਵਿੱਚ ਜਿਹੜੀ ਮਿਲਕ ਦੀ ਪ੍ਰੋਡਕਸ਼ਨ ਹੈਗੀ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ। ਇਹ ਇੱਕ ਕੋਆਪਰੇਟਿਵ ਮੂਵਮੈਂਟ ਸੀ, ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਕੰਪਨੀ ਚਲਾਈ ਸੀ ਅਮੁੱਲ। ਠੀਕ ਹੈ ਜੀ। 25 ਲੱਖ ਲੋਕਾਂ ਦੀ ਕੋਆਪਰੇਸ਼ਨ ਸੀਗੀ ਇਹ। ਅਤੇ ਜਿਹੜੀ ਇਹ ਵਾਈਟ ਰੈਵੋਲੂਸ਼ਨ ਹੈ ਇਹ ਮਿਲਕ ਪ੍ਰੋਡਕਸ਼ਨ ਨਾਲ ਰਿਲੇਟਡ ਹੈਗਾ। ਠੀਕ ਹੈ ਜੀ। ਇਹਦੇ ਨਾਲ ਹੀ ਇਹ ਜਿਹੜਾ ਆਪਣਾ ਚੈਪਟਰ ਹੈ ਵੀ ਕੰਪਲੀਟ ਹੁੰਦਾ ਗਾ। ਇਹ ਚੈਪਟਰ ਬਹੁਤ ਲੰਬਾ ਸੀਗਾ। ਇਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਕੀਤੀਆਂ ਨੇ। ਆਪਾਂ ਗ੍ਰੀਨ ਰੈਵੋਲੂਸ਼ਨ ਬਾਰੇ ਵੀ ਕਰਿਆ ਗਾ, ਆਪਾਂ ਵਾਈਟ ਰੈਵੋਲੂਸ਼ਨ ਬਾਰੇ ਵੀ ਕਰਿਆ ਗਾ। ਇਸ ਤੋਂ ਇਲਾਵਾ ਆਪਾਂ ਪਬਲਿਕ ਵਰਸਸ ਪ੍ਰਾਈਵੇਟ ਸੈਕਟਰ ਬਾਰੇ ਵੀ ਕਰਿਆ, ਲੈਂਡ ਰਿਫੋਰਮ ਬਾਰੇ ਵੀ ਕਰਿਆ। ਤਾਂ ਕਾਫੀ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਆਪਣੇ ਕੰਮ ਦੀਆਂ ਨੇ, ਆਉਣ ਵਾਲੀ ਜ਼ਿੰਦਗੀ 'ਚ ਆਪਣੇ ਕੰਮ ਆਉਣਗੀਆਂ ਇਹ ਗੱਲਾਂ। ਹਾਂਜੀ, ਇਹਦੇ ਨਾਲ ਇਹ ਚੈਪਟਰ ਕੰਪਲੀਟ ਹੁੰਦਾ ਵੀ ਤੁਸੀਂ ਚੈਪਟਰ ਨੂੰ ਪੂਰਾ ਦੇਖਿਆ ਕਰੋ, ਵੀਡੀਓ ਨੂੰ ਪੂਰਾ ਦੇਖਿਆ ਕਰੋ। ਜੇ ਕੋਈ ਦਿੱਕਤ ਆਉਂਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਕਮੈਂਟ ਦੇ ਵਿੱਚ ਦੱਸਿਆ ਕਰੋ ਅਤੇ ਸ਼ੇਅਰ ਕਰੋ ਵੀ ਦੱਬ ਕੇ, ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਅਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।